ਤੁਸੀਂ ਨਿਰਾਸ਼ ਹੋ, ਤੁਸੀਂ ਸੈਟਿਸਫਾਈਡ ਹੋ, ਤੁਸੀਂ ਚਿੰਤਤ ਹੋ, ਤੁਸੀਂ ਪੋਜ਼ਿਟਿਵ ਅਪਰੋਚ ਦੇ ਨਾਲ ਬੈਠੇ ਹੋ ਉੱਥੇ ਕਿ ਜਾਂ ਤੁਹਾਡੇ ਮਨ ਦੇ ਵਿੱਚ ਵੀ ਕੋਈ ਡਰ ਹੈ, ਕੋਈ ਤੌਖਲਾ ਹੈ, ਕੋਈ ਘਬਰਾਹਟ ਹੈ ਇਸ ਵੇਲੇ? ਸੋਚਣ ਲੱਗ ਗਏ ਯਾਰ, ਇਹ ਉਹੀ ਪੰਜਾਬ ਹੈ ਕਿ ਸਿਰਫ ਗੱਡੀਆਂ ਦਾ ਤੇ ਹਥਿਆਰਾਂ ਦਾ ਹੀ ਇਹਨਾਂ ਦੇ ਜ਼ਿਕਰ ਹੋਊਗਾ? ਲੋਕਾਂ ਨੂੰ ਇਹ ਤਾਂ ਸਮਝ ਆਉਣ ਲੱਗੀ ਕਿ ਇਹ ਜਿਨ੍ਹਾਂ ਨੂੰ ਅਸੀਂ ਹਾਰ ਪਾਉਂਦੇ ਹੁੰਦੇ ਸੀ ਇਹ ਲੁਟੇਰੇ ਨੇ। ਚਿੰਤਤ ਇਸ ਲਈ ਹੈ ਕਿ ਹਜੇ ਸਿਨਾਰੀਓ ਕਲੀਅਰ ਨਹੀਂ ਹੋ ਰਿਹਾਗਾ। ਅਗਰ ਐਂਡ ਕੀ ਵੀ ਕੋਈ ਕੁਝ ਗਲਤ ਬਣ ਗਏ ਲੋਕ, ਅਗਲੇ 5 ਸਾਲਾਂ 'ਚ ਇੱਥੇ ਰਵਿੰਦਰ ਜੀ ਬਚਣਾ ਕੁਛ ਨਹੀਂਗਾ। ਸੁਧਾਰ ਕਿਸੇ ਹੋਰ ਤੋਂ ਨਹੀਂ, ਆਪਦੇ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ ਅਸੀਂ ਆਪ ਤਾਂ ਵੇਖੀਏ ਯਾਰ, ਆਹ ਮਾੜਾ ਉਹ ਮਾੜਾ, ਤੇ ਭਾਈ ਕਿਹਨੇ ਕੁਰਸੀਆਂ ਤੇ, ਆਹ ਫਿਲਮ ਮਾੜੀ ਬਣਾ ਕੇ ਚਲਾਈ ਕਿਹਨੇ, ਆਹ ਗਾਣੇ ਮਾੜੇ, ਇਹਨਾਂ ਨੂੰ ਸੁਣਦਾ ਕੌਣ ਹੈ? ਥਿੰਕ ਟੈਂਕਸ ਇੱਕ ਸ਼ਬਦ ਕਈ ਵਾਰੀ ਅਸੀਂ ਯੂਜ਼ ਕਰਦੇ ਹਾਂ ਵੀ ਪੋਲੀਟੀਕਲੀ ਸਾਡੇ ਥਿੰਕ ਟੈਂਕ ਹੋਣੇ ਚਾਹੀਦੇ ਆ, ਸਾਡੇ ਕਲਚਰਲੀ ਕੁਝ ਥਿੰਕ ਟੈਂਕਸ ਹੋਣੇ ਚਾਹੀਦੇ ਆ, ਸਾਡੇ ਸਮਾਜਿਕ ਤਾਣੇ ਬਾਣੇ ਦੀ ਗੱਲ ਕਰਨ ਵਾਲੇ ਵੀ ਥਿੰਕ ਟੈਂਕਸ ਦੀ ਲੋੜ ਹੈ। ਕੀ ਦੇਖਦੇ ਹੋ ਇਸ ਵੇਲੇ ਆਪਾਂ ਪੰਜਾਬੀਆਂ ਦੇ ਕੋਲ ਇਹੋ ਜਿਹੇ ਥਿੰਕ ਟੈਂਕਸ ਹੈਗੇ ਨੇ? ਬੱਚੇ ਛੋਟੇ ਜਿਹੇ ਹੁੰਦੇ ਅਸੀਂ ਉਹਨਾਂ ਦੇ ਸਾਹਮਣੇ ਫੋਨ ਫੜਿਆ ਹੁੰਦਾ, ਹਾਂ ਮੈਂ ਆ ਗਿਆ, ਮੈਂ ਗੱਡੀ 'ਚ ਬੈਠਾ ਹੋਇਆ, ਬਸ ਅੱਧੇ ਘੰਟੇ 'ਚ ਪਹੁੰਚ ਗਿਆ, ਜਦ ਕਿ ਅਸੀਂ ਘਰੇ ਬੈਠੇ ਹੁੰਦੇ ਹਾਂ ਜੀ। ਬੱਚਾ ਸਾਡਾ ਇਹ ਗੱਲ ਸਾਡੀ ਸੁਣ ਰਿਹਾ ਹੁੰਦਾ। ਅਸੀਂ ਇਹਨਾਂ ਗੱਲਾਂ ਤੋਂ ਵਾਕਿਫ ਨਹੀਂ ਗਏ, ਬਟ ਬੱਚੇ ਦਾ ਮਾਈਂਡ ਸੈਟ ਇਹਨਾਂ ਗੱਲਾਂ ਨਾਲ ਹੀ ਬਣਦਾ ਹੈ। ਮੈਂ ਉੱਥੇ ਖੜ ਕੇ ਕਿਹਾ, ਸਟੇਜ ਤੇ ਖੜ ਕੇ ਕਿਹਾ, ਮਿਸਟਰ ਰਾਜੇਵਾਲ ਵੀ ਸਾਹਮਣੇ ਸੀ, ਬਾਕੀ ਸਭ ਵੀ ਸਾਹਮਣੇ, ਜਦੋਂ ਮੈਂ ਕਿਹਾ ਨਿਸ਼ਾਨ ਸਾਹਿਬ ਸਾਡੀ ਰਹਿਨੁਮਾਈ ਕਰਦਾ ਰਿਹਾ, ਕਰਦਾ ਰਹੂਗਾ, ਇਹ ਸੱਚ ਹੈ। ਔਰ ਕੋਈ ਵੀ ਲਾਲ ਕਿਲ੍ਹਾ ਹੋਵੇ ਜਾਂ ਕਿਸੇ ਵੀ ਜਗ੍ਹਾ ਤੇ ਜਾਣ ਵਾਲਾ, ਸਰਦਾਰ ਨਾ ਗਦਾਰ ਸੀ, ਨਾ ਹੈ, ਨਾ ਹੋਊਗਾ, ਔਰ ਸਰਦਾਰ ਸੀ, ਹੈ ਔਰ ਰਹੂਗਾ। For all the latest updates, please subscribe G Media Group and press the bell icon. ਸੋ ਜਿਵੇਂ ਥੋੜ੍ਹੀ ਦੇਰ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਇੱਕ ਖਾਸ ਪਰਸਨੈਲਿਟੀ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੀ ਹੈ, ਉਹਨਾਂ ਦੇ ਨਾਲ ਫੋਨ ਲਾਈਨ ਮਿਲ ਚੁੱਕਿਆ ਇਸ ਵੇਲੇ, ਤੇ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਨੇ ਸਾਡੇ ਵੱਡੇ ਵੀਰ ਅਮਿਤੋਜ ਮਾਨ ਹੋਰੀ, ਜਿਹੜੇ ਕਿ ਜਾਣਿਆ ਪਛਾਣਿਆ ਨਾਮ ਹੈ। ਫਿਲਮ ਇੰਡਸਟਰੀ ਦੀ ਗੱਲ ਕਰੀਏ, ਇੱਕ ਬੁੱਧੀਜੀਵੀ ਦੇ ਰੂਪ ਦੇ ਵਿੱਚ, ਇੱਕ ਜਿੱਥੇ ਬਹੁਤ ਵਧੀਆ ਡਾਇਰੈਕਟਰ ਦੇ ਰੂਪ ਦੇ ਵਿੱਚ, ਇੱਕ ਵਧੀਆ ਦਾਰਸ਼ਨਿਕ ਦੇ ਰੂਪ ਦੇ ਵਿੱਚ, ਖਾਸ ਤੌਰ ਦੇ ਉੱਤੇ ਜੇ ਮੈਂ ਦੇਖਾਂ ਇੱਕ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ਦੇ ਰੂਪ ਦੇ ਵਿੱਚ ਅਕਸਰ ਮੈਂ ਅਮਿਤੋਜ ਭਾਜੀ ਹੋਰਾਂ ਦਾ ਨਾਮ ਲੈਣਾ ਹੁੰਦਾ, ਅਤੇ ਉਹਨਾਂ ਦੇ ਨਾਲ ਕਾਫੀ ਦਿਨਾਂ ਬਾਅਦ ਅੱਜ ਗੱਲ ਹੋ ਰਹੀ ਹੈ। ਅਤੇ ਆਜੋ ਦੇਖਦੇ ਹਾਂ ਕਿ ਕੀ ਵਿਚਾਰ ਲੈ ਕੇ ਬੈਠੇ ਨੇ ਅੱਜ। ਅਮਿਤੋਜ ਭਾਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਵੀ ਜੀ। ਅਮਿਤੋਜ ਜੀ, ਆਪਾਂ ਸ਼ੁਰੂ ਕਰੀਏ ਗੱਲ ਜਿਹੜੀ ਮੈਂ ਗੱਲ ਕੀਤੀ, ਕਈ ਵਾਰ ਸਾਡੀ ਪੰਜਾਬੀਆਂ ਦੀ ਡਾਇਵਰਸਿਟੀ ਜਾਂ ਪੰਜਾਬੀਆਂ ਦੀ ਜਿਹੜੀ ਕਪੈਸਿਟੀ ਹੈ, ਪੰਜਾਬੀਆਂ ਦੀ ਜਿਹੜੀ ਮਲਟੀ ਡਾਇਮੈਂਸ਼ਨਲ ਅਪਰੋਚ ਹੈ, ਉਹ ਹੈ ਤਾਂ ਬਹੁਤ ਹੈ, ਪਰ ਕਈ ਵਾਰੀ ਉਹ ਲੁਕੀ ਛਿਪੀ ਰਹਿੰਦੀ ਹੈ, ਸਾਹਮਣੇ ਨਹੀਂ ਆਉਂਦੀ ਬਹੁਤੀ। ਇੱਥੋਂ ਹੀ ਜੇ ਸ਼ੁਰੂ ਕਰੀਏ ਥੋੜ੍ਹਾ। ਹਾਂਜੀ, ਬਟ ਮੈਂ ਤਾਂ ਕਹਿੰਦਾ ਲੁਕੀ ਰਵੇ ਜਾਂ ਜ਼ਾਹਿਰ ਹੋਵੇ, ਲੇਕਿਨ ਹੋਵੇ ਜ਼ਰੂਰ, ਰਹਿਣੀ ਚਾਹੀਦੀ ਹੈ, ਰਹਿਣੀ ਚਾਹੀਦੀ ਹੈ, ਕਿਉਂਕਿ ਉਹਦੀ ਜ਼ਰੂਰਤ ਹੈ। ਜੇ ਅਸੀਂ ਅੱਜ ਉਹਦਾ ਇਸਤੇਮਾਲ ਨਹੀਂ ਨਾ ਕਰਾਂਗੇ, ਜਾਂ ਉਹ ਰੱਬ ਵੱਲੋਂ ਬਖਸ਼ਿਸ਼ ਹੋਈ ਅਗਰ, ਤਾਂ ਇਹ ਸਾਡਾ ਧਰੋਹ ਹੋਊਗਾ ਆਪਦੇ ਲੋਕਾਂ ਨਾਲ, ਆਪਦੀ ਮਿੱਟੀ ਨਾਲ, ਕਿਉਂਕਿ ਇਹਦੀ ਜ਼ਰੂਰਤ ਹੈ। ਅਸੀਂ ਜਿਹੜੇ ਸ਼ੋਬੇ ਜੇ ਫਿਕਸ ਕਰਤੇ ਆ ਨਾ ਕਿ ਆਹ ਸਿਰਫ ਫਿਲਮਜ਼ ਲਈ, ਆਹ ਸਿਰਫ ਪੋਲੀਟਿਕਸ ਲਈ, ਆਹ ਸਿਰਫ ਇਹਦੇ ਲਈ, ਆਹ ਸਿਰਫ ਇਹਦੇ ਲਈ, ਤੁਸੀਂ ਅਸੀਂ ਅਮਰੀਕਾ ਨੂੰ ਫੋਲੋ ਕਰਦੇ ਕਿਉਂਕਿ ਉਹ ਵਰਲਡ ਪਾਵਰ ਹੈ, ਸੁਪਰ ਪਾਵਰ ਹੈ। 1980 ਨਹੀਂ 84 ਦੇ ਵਿੱਚ ਉੱਥੇ ਬਣਦੇ ਨੇ ਜਿਹੜੇ, ਮੈਨੂੰ ਨਹੀਂ 80 ਦੇ ਵਿੱਚ ਬਣਦੇ ਨੇ, ਰੋਨਾਲਡ ਰੀਗਨ ਉੱਥੋਂ ਦੇ ਰਾਸ਼ਟਰਪਤੀ ਬਣਦੇ ਨੇ। ਉਹ ਆਰਟਿਸਟ ਸੀਗੇ। ਕੋਈ ਫਿਕਸ ਚੀਜ਼ ਨਹੀਂ ਹੁੰਦੀ ਗੀ, ਤੁਹਾਡਾ ਟੈਲੈਂਟ ਇੱਕ ਹੋਰ ਚੀਜ਼ ਹੁੰਦੀ ਹੈ, ਤੁਹਾਡੀ ਸੋਚ ਇੱਕ ਅਲੱਗ ਚੀਜ਼ ਹੈ। ਸੋਚ ਦੇ ਤੁਸੀਂ, ਔਰ ਵੈਸੇ ਵੀ ਆਰਟਿਸਟ ਲਈ ਜਾਂ ਡਾਇਰੈਕਟਰ ਲਈ ਜਾਂ ਕਿਸੇ ਕਲਾਕਾਰ ਲਈ ਸਾਰੇ ਸ਼ੋਬਿਆਂ ਨੂੰ ਜਾਣਨਾ ਤਾਂ ਅਤੀ ਜ਼ਰੂਰੀ ਹੈ, ਕਿਉਂਕਿ ਇਸ ਦਾ ਪਤਾ ਨਹੀਂ, ਫਿਲਮ ਦੇ ਵਿੱਚ ਕਿਸੇ ਨੂੰ ਡਾਕਟਰ ਵੀ ਬਣਾਉਣਾ ਹੁੰਦਾ ਹੈ, ਅਸੀਂ ਬਿਊਰੋਕਰੇਟਸ ਵੀ ਬਣਾਉਣਾ ਹੈ, ਅਸੀਂ ਉਹਨੂੰ ਪੋਲੀਟੀਸ਼ੀਅਨ ਵੀ ਬਣਾਉਣਾ ਹੈ, ਅਸੀਂ ਉਹਨੂੰ ਬਿਜ਼ਨਸਮੈਨ ਵੀ ਬਣਾਉਣਾ ਹੈ। ਸੋ ਵੀ ਨੋ ਐਵਰੀਥਿੰਗ। ਜਦੋਂ ਸਾਨੂੰ ਇਹ ਪਤਾ ਹੈ ਸਾਰੇ ਕਾਸੇ ਦਾ, ਤਾਂ ਫਿਰ ਸਾਨੂੰ ਉਹਦੇ ਤੇ ਰਿਐਕਟ ਵੀ ਕਰਨਾ ਚਾਹੀਦਾ। ਆਈ ਥਿੰਕ ਮੈਂ ਧਰੋ ਇਸ ਲਈ ਕਿਹਾ ਸੀ ਕਿ ਉਹਦੇ ਨਾਲ ਫਾਇਦੇ ਬੜੇ ਹੁੰਦੇ ਨੇ। ਫਿਰ ਫਾਇਦੇ ਇਹ ਹੁੰਦੇ ਨੇ ਕਿ ਅਸੀਂ ਹਰ ਵਿਸ਼ੇ ਦੇ ਉੱਤੇ ਇੱਕ ਆਪਦਾ ਪੁਆਇੰਟ ਆਫ ਵਿਊ ਰੱਖ ਸਕਦੇ ਹਾਂ ਔਰ ਜਾਗਰਿਤ ਵੀ ਕਰ ਸਕਦੇ ਹਾਂ ਲੋਕਾਂ ਨੂੰ। ਸੋ ਦਿਸ ਇਜ਼ ਨੈਸੈਸਰੀ, ਇਹ ਹੋਣਾ ਚਾਹੀਦਾ। ਜੀ ਜੀ। ਅੱਛਾ, ਇਹਦੇ ਵਿੱਚ ਮੈਨੂੰ ਪਤਾ ਭਾਜੀ ਕਿ ਜਿਸ ਤਰ੍ਹਾਂ ਦੀ ਤੁਹਾਡੇ ਕੋਲ ਪਕੜ ਹੈ ਸ਼ਬਦਾਂ ਦੀ, ਵਿਸ਼ੇ ਦੀ, ਜਿਹੜੇ ਮਰਜ਼ੀ ਟੌਪਿਕ 'ਤੇ ਆਪਾਂ ਗੱਲ, ਜਦੋਂ ਵੀ ਪਹਿਲਾਂ ਵੀ ਕਿਤੇ ਬੈਠੇ ਹਾਂ ਤਾਂ ਮੈਨੂੰ ਪਤਾ ਘੰਟਿਆਂ ਬੱਧੀ ਵੀ ਤੁਹਾਡੇ ਕੋਲ ਭੰਡਾਰ ਇੱਦਾਂ ਦਾ। ਪਰ ਸੀਮਤ ਸਮੇਂ ਦੇ ਵਿੱਚ ਜੇ ਅਸੀਂ ਗੱਲ ਕਰੀਏ, ਕਈ ਵਾਰ ਅਸੀਂ ਹੁਣ ਵੀ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਜਦੋਂ ਪੰਜਾਬ ਸਿਆਸਤ ਨੂੰ ਡਿਸਕਸ ਕਰ ਰਹੇ ਸੀ, ਸਾਡੇ ਮਾਈਂਡ ਸੈੱਟ ਨੂੰ ਡਿਸਕਸ ਕਰ ਰਹੇ ਸੀ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਦੇ ਸਕੋਪ ਦੇ ਬਾਰੇ 'ਚ, ਉਹਨਾਂ ਦੀ ਸੋਚ ਦੇ ਬਾਰੇ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ। ਫਿਕਰਮੰਦ ਜਿਹਾ ਅਸੀਂ ਹੋਈਦਾ ਬਹੁਤੀ ਵਾਰੀ,
ਪਹਿਲਾਂ ਤੁਸੀਂ ਦੱਸੋ ਕਿਵੇਂ ਆਬਜ਼ਰਵ ਕਰਦੇ ਹੋ ਉੱਥੇ, ਤੁਸੀਂ ਗਰਾਊਂਡ ਜ਼ੀਰੋ ਤੇ ਬੈਠੇ ਹੋ, ਚਾਹੇ ਉਹ ਪੰਜਾਬ ਨਾਲ ਰਿਲੇਟਡ ਮਸਲੇ ਆ, ਚਾਹੇ ਉਹ ਜਵਾਨੀ ਨਾਲ ਰਿਲੇਟਡ ਮਸਲੇ ਆ, ਚਾਹੇ ਉਹ ਕਿਸਾਨੀ ਨਾਲ ਰਿਲੇਟਡ ਮਸਲੇ ਆ, ਤੁਸੀਂ ਨਿਰਾਸ਼ ਹੋ, ਤੁਸੀਂ ਸੈਟਿਸਫਾਈਡ ਹੋ, ਤੁਸੀਂ ਚਿੰਤਤ ਹੋ, ਤੁਸੀਂ ਪੋਜ਼ਿਟਿਵ ਅਪਰੋਚ ਦੇ ਨਾਲ ਬੈਠੇ ਹੋ ਉੱਥੇ, ਕਿ ਜਾਂ ਤੁਹਾਡੇ ਮਨ ਦੇ ਵਿੱਚ ਵੀ ਕੋਈ ਡਰ ਹੈ, ਕੋਈ ਤੌਖਲਾ ਹੈ, ਕੋਈ ਘਬਰਾਹਟ ਹੈ ਇਸ ਵੇਲੇ? ਨਿਰਾਸ਼ ਮੈਂ ਸੀਗਾ ਪਹਿਲਾਂ ਬਹੁਤ ਜ਼ਿਆਦਾ, ਕਿ ਕੀ ਸੋਚਣ ਲੱਗ ਗਏ ਆ, ਇਹ ਉਹੀ ਪੰਜਾਬ ਹੈ ਕੀ ਸਿਰਫ ਗੱਡੀਆਂ ਦਾ ਤੇ ਹਥਿਆਰਾਂ ਦਾ ਹੀ ਇਹਨਾਂ ਦੇ ਜ਼ਿਕਰ ਹੋਊਗਾ, ਚਾਹੇ ਉਹ ਆਮ ਭਾਸ਼ਾ 'ਚ ਹੋਵੇ, ਕਾਲਜ ਦਾ ਹੋਵੇ, ਚੈਟਸ ਹੋਣ, ਗਾਣੇ ਹੋਣ, ਫਿਲਮਾਂ ਹੋਣ, ਹਰ ਕਾਸੇ ਦੇ ਵਿੱਚ ਕੀ ਇਹੀ ਰਹਿ ਗਿਆ ਇੱਕ ਮੁੱਦਾ। ਹੁਣ ਮੈਂ ਥੋੜ੍ਹਾ ਜਿਹਾ ਚਿੰਤਤ ਹਾਂ। ਚਿੰਤਤ ਇਸ ਲਈ ਹਾਂ, ਨਾਲ ਉਤਸ਼ਾਹਵਾਦੀ ਵੀ ਹੈ। ਚਿੰਤਤ ਇਸ ਲਈ ਕਿ ਫਿਰ ਉਹੀ ਕੁਛ ਹੋਊਗਾ, ਫਿਰ ਇੱਕ ਰਿਪੀਟ ਹੋ ਜੂਗੇ ਕੁਛ ਉਹੋ ਜਿਹੇ ਲੋਕ ਜਿਨ੍ਹਾਂ ਨਾਲ ਅਸੀਂ ਪਹਿਲਾਂ ਬਰਬਾਦ ਕਰਦੇ ਕਰਦੇ ਪੰਜਾਬ ਨੂੰ ਇੱਥੋਂ ਤੱਕ ਲੈ ਆਏ ਹਾਂ। ਇਦੋਂ ਬਾਅਦ ਤਾਂ ਯਾਰ ਇਹਦੇ ਕੋਲ ਕੁਛ ਬਚਣਾ ਹੀ ਨਹੀਂ ਲੁਟਾਉਣ ਲਈ। ਉਤਸ਼ਾਹ ਇਸ ਲਈ ਹੈਗਾ ਕਿ ਜਿਵੇਂ ਹੁਣ ਰਿਹਾ ਹੋਣਾ ਹੈ ਕਿ ਪਿੰਡਾਂ 'ਚ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਕਿ ਬਾਹਰ ਨਿਕਲੋ, ਇੱਥੇ ਵੜਨਾ ਨਹੀਂ ਗਾ। ਇਹ ਉਤਸ਼ਾਹਵਾਦੀ ਗੱਲ ਹੈ। ਉਤਸ਼ਾਹਵਾਦੀ ਕਿਉਂ? ਕਿਸੇ ਦੀ ਬੇਇੱਜ਼ਤੀ ਕਰਨਾ ਮੈਂ ਕੋਈ ਉਤਸ਼ਾਹ ਨਹੀਂ ਆਉਂਦਾ ਉਹਨੂੰ, ਬਟ ਚਲੋ ਕਦੇ ਕਦੇ ਰਿਐਕਟ ਕਰਨ ਦਾ ਤਰੀਕਾ ਗਲਤ ਹੋ ਸਕਦਾ ਹੈ, ਬਟ ਰਿਐਕਸ਼ਨ ਤਾਂ ਸ਼ੁਰੂ ਹੋਇਆ। ਲੋਕਾਂ ਨੂੰ ਇਹ ਤਾਂ ਸਮਝ ਆਉਣ ਲੱਗੀ ਕਿ ਇਹ ਜਿਹਨਾਂ ਨੂੰ ਅਸੀਂ ਹਾਰ ਪਾਉਂਦੇ ਹੁੰਦੇ ਸੀ ਇਹ ਲੁਟੇਰੇ ਨੇ। ਇਹਨਾਂ ਨੇ ਸਾਡਾ ਜਿੰਨਾ ਚਾਹੇ ਉਹ ਕੁਦਰਤੀ ਸੋਮੇ ਹੋਣ, ਚਾਹੇ ਸਾਡਾ ਜੋ ਵੀ ਟੈਕਸਿਸ ਦੇ ਲੈਵਲ 'ਤੇ ਹੋਵੇ, ਜੋ ਇਹਨਾਂ ਨੇ ਸਾਡੀ ਸਿਵਾਏ ਲੁੱਟਮਾਰ ਤੋਂ ਕੁਛ ਨਹੀਂ ਕੀਤਾ। ਉਹਨਾਂ ਨੂੰ ਇਹ ਤਾਂ ਪਤਾ ਲੱਗਣ ਲੱਗ ਗਿਆ ਬਹੁਤ ਕੁਛ ਹੋ ਸਕਦਾ ਸੀ, ਪਰ ਇਹਨਾਂ ਨੇ ਕੁਛ ਵੀ ਨਹੀਂ ਕੀਤਾ। ਇਹ ਇੱਕ ਉਤਸ਼ਾਹ ਵਧੂ ਗੱਲ ਹੈ। ਚਿੰਤਤ ਇਸ ਲਈ ਹੈ ਕਿ ਹਜੇ ਸਿਨਾਰੀਓ ਕਲੀਅਰ ਨਹੀਂ ਹੋ ਰਿਹਾ ਗਾ, ਔਰ ਇਹ ਉਤਸ਼ਾਹ ਦੇ ਬਾਅਦ ਅਗਰ ਕੀ ਵੀ ਕੋਈ ਕੁਛ ਗਲਤ ਬਣ ਗਏ ਲੋਕ, ਅਗਲੇ 5 ਸਾਲਾਂ 'ਚ ਇੱਥੇ ਰਜਿੰਦਰ ਜੀ ਬਚਣਾ ਕੁਛ ਨਹੀਂ ਗਾ। ਤੁਸੀਂ ਸੋਚੋ, ਤੁਹਾਡੇ ਦੇਸ਼ਾਂ 'ਚ ਤਾਂ ਪਹੁੰਚ ਰਹੇ ਨੇ, ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ, ਲੇਕਿਨ ਜਿਵੇਂ ਅਸੀਂ ਜਨਸੰਖਿਆ ਤੇ ਕਾਬੂ ਕੀਤਾ ਸੀ, ਇਕੱਲੇ ਇਕੱਲੇ ਘਰਾਂ ਦੇ ਵਿੱਚ ਇਕੱਲੇ ਇਕੱਲੇ ਮੁੰਡੇ ਨੇ, ਘਰਾਂ ਨੂੰ ਜਿੰਦਰੇ ਲੱਗ ਰਹੇ ਨੇ। ਜੇ ਅਸੀਂ ਆਪਦਾ ਬੇਸ ਹੀ ਗਵਾ ਲਿਆ, ਅਸੀਂ ਆਸਟ੍ਰੇਲੀਆ, ਇੰਗਲੈਂਡ, ਕੈਨੇਡਾ, ਅਮਰੀਕਾ 'ਚ ਕਾਮਯਾਬ ਹੋ ਕੇ ਕੀ ਕਰਾਂਗੇ? ਜੇ ਅਸੀਂ ਆਪਦੀ ਉਹ ਮਿੱਟੀ ਛੱਡਤੀ ਜਿਹਨੇ ਸਾਨੂੰ, ਮਤਲਬ ਜਿੱਥੋਂ ਅਸੀਂ ਉਪਜੇ ਹਾਂ, ਜਿੱਥੇ ਸਾਡਾ ਅੱਜ ਵੀ ਤੁਸੀਂ ਇਸ ਪੰਜਾਬੀ 'ਚ ਅੱਜ ਵੀ ਤੁਸੀਂ ਇੱਥੇ ਨਾਲ ਜੁੜੇ ਹੋਏ ਹੋ, ਜੇ ਅਸੀਂ ਉੱਥੇ ਹੀ ਆਪਦੇ ਆਪ ਨੂੰ ਗਵਾ ਬੈਠੇ ਤਾਂ ਫਿਰ ਸਾਡੇ ਕੋਲ ਰਹੂਗਾ ਕੀ? ਅਗਲੇ 5 ਸਾਲ ਬਹੁਤ ਲੰਬਾ ਸਮਾਂ, ਪਹਿਲੇ 5 ਸਾਲਾਂ ਦੇ ਗੁਜ਼ਰਦੇ ਗਏ, ਲੇਕਿਨ ਜਿਸ ਗਿਣਤੀ ਨਾਲ, ਜਿਸ ਤਾਦਾਦ ਨਾਲ ਬਾਹਰ ਨੂੰ ਭੱਜ ਰਹੇ ਨੇ ਔਰ ਘਰਾਂ ਦੇ ਘਰ ਜਿੰਦਰੇ ਲੱਗ ਰਹੇ ਨੇ, ਬੰਦ ਹੋ ਰਹੇ ਨੇ, ਇੱਥੇ ਤਾਂ ਬਚਣਾ ਹੀ ਕੁਛ ਨਹੀਂ ਸਾਡਾ। ਫਿਰ ਇਹ ਇੱਕ ਬਹੁਤ ਵੱਡੀ ਚਿੰਤਾ ਵੀ ਹੈ, ਪਰ ਉਤਸ਼ਾਹ ਵੀ ਹੈ ਕਿ ਸ਼ਾਇਦ ਬਦਲ ਜੇ ਕੁਛ। ਸੋ ਲੈਟਸ ਸੀ ਉਹਦੇ ਵਿੱਚ ਜੋ ਆਪਦੇ ਵੱਲੋਂ ਕਰ ਪਾ ਰਹੇ ਹੈ। ਸਾਡੀ ਕੋਸ਼ਿਸ਼ ਪਤਾ ਕੀ ਹੈ ਰਜਿੰਦਰ ਜੀ, ਕੋਸ਼ਿਸ਼ ਇਹ ਹੈ ਕਿ ਬਣਨਾ ਅਹਿਮ ਨਹੀਂ ਹੁੰਦਾ। ਹਾਂਜੀ, ਕਿਸੇ ਦੀ ਅਹਿਮ ਨਹੀਂ ਹੁੰਦਾ। ਮੈਂ ਸਰਕਾਰਾਂ ਦੀ ਅਹਿਮੀਅਤ ਨੂੰ ਵੀ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ। ਮੈਂ ਆਣਾ ਲੋਕਾਂ ਦਾ ਮਾਈਂਡ ਸੈਟ। ਜਿਸ ਦਿਨ ਦੇਖੋ, ਤੁਹਾਡੇ ਦੇਸ਼ ਨੂੰ ਮਾਫ਼ ਕਰਨਾ, ਤੁਹਾਡੇ ਕਿਸੇ ਪ੍ਰਾਈਮ ਮਿਨਿਸਟਰ ਨੇ ਵਧੀਆ ਨਹੀਂ ਕੀਤਾ, ਤੁਹਾਡੇ ਲੋਕਾਂ ਨੇ ਵਧੀਆ ਕੀਤਾ। ਜਦੋਂ ਲੋਕਾਂ ਦੀ ਸੋਚ ਵਧੀਆ ਹੋ ਜਾਂਦੀ ਨਾ, ਉਹ ਆਪਦੇ ਪ੍ਰਾਈਮ ਮਿਨਿਸਟਰ, ਆਪਦੇ ਚੀਫ ਮਿਨਿਸਟਰ ਸਾਰੇ ਚੰਗੇ ਚੁਣ ਲੈਂਦੇ ਨੇ, ਔਰ ਉਸੇ ਸਮਾਜ 'ਚ ਵੀ ਉਹ ਨਿਕਲ ਵੀ ਆਉਂਦੇ ਨੇ ਚੰਗੇ ਲੋਕ। ਪਹਿਲਾਂ ਲੋਕਾਂ ਨੂੰ ਚੰਗਾ ਹੋਣਾ ਪਊਗਾ। ਅਸੀਂ ਦੂਜਿਆਂ ਨੂੰ ਉਂਗਲੀ ਬਹੁਤ ਵੱਡੀ ਫਾੜਦੇ ਨੇ ਕਰ ਦਿੰਦੇ ਹਾਂ। ਸੁਧਾਰ ਕਿਸੇ ਹੋਰ ਤੋਂ ਨਹੀਂ, ਆਪਦੇ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ ਅਸੀਂ ਆਪ ਤਾਂ ਦੇਖੀਏ ਯਾਰ, ਆਹ ਮਾੜਾ, ਉਹ ਮਾੜਾ, ਤੇ ਭਾਈ ਕੀ ਨੇ ਕੁਰਸੀਆਂ ਤੇ, ਆਹ ਫਿਲਮ ਮਾੜੀ ਬਣਾ ਕੇ ਚਲਾਈ ਕੀ ਨੇ, ਆਹ ਗਾਣੇ ਮਾੜੇ, ਇਹਨਾਂ ਨੂੰ ਸੁਣਦਾ ਕੌਣ ਹੈ? ਅਸੀਂ ਸੁਣਦੇ। ਜਿਸ ਦਿਨ ਸਾਡੀ ਸੋਚ ਚੰਗੀ ਹੋ ਗਈ ਨਾ, ਉਸ ਦਿਨ ਸਭ ਕੁਝ ਸ਼ੁਰੂ ਹੋ ਜਾਊਗਾ। ਉਸ ਸੋਚ ਤੇ ਕੁਛ ਮੈਂ ਕਹੂੰਗਾ ਇੱਕ ਬਹੁਤ ਮੋਟਾ ਪਰਦਾ ਸੀ ਨਾ ਜਿਹੜਾ, ਉਹ ਫਟ ਗਿਆ ਹੈ, ਔਰ ਉੱਥੇ ਰੌਸ਼ਨੀ ਪਹੁੰਚਣੀ ਸ਼ੁਰੂ ਹੋ ਗਈ ਹੈ, ਪਰ ਥੋੜ੍ਹੀ ਹੈ। ਰੱਬ ਕਰੇ ਕਿ ਆ 22 ਤੋਂ ਪਹਿਲਾਂ ਪਹੁੰਚ ਜੇ ਕਿ ਅਸੀਂ ਕੁਝ ਚੰਗਾ ਕਰ ਸਕੀਏ। ਬਾਅਦ 'ਚ ਵੀ ਠੀਕ ਹੈ, ਵੈਲਕਮ ਹੈ, ਬਾਅਦ 'ਚ ਵੀ ਹੋਊਗਾ ਤਾਂ ਅੱਛਾ ਹੀ ਹੋਊਗਾ, ਪਰ ਜਿਸ ਵੇ ਨਾਲ ਅਸੀਂ ਖਾਲੀ ਕਰ ਰਹੇ ਹਾਂ, ਕਿਤੇ ਇਹ ਨਾ ਹੋਵੇ ਕਿਤੇ ਦੇ ਲੇਟ ਹੋ ਜਾਈਏ। ਰਾਈਟ। ਸੋ ਦੋਸਤੋ, ਅਮਿਤੋਜ ਮਾਨ ਹੋਰੀ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਲਈ ਜੁੜੇ ਹੋਏ ਆ। ਅਤੇ ਮਾਨ ਸਾਹਿਬ, ਆਪਾਂ ਕਈ ਵਾਰੀ ਕੁਛ ਟਰਮਸ ਯੂਜ਼ ਕੀਤੀਆਂ ਜਾਂਦੀਆਂ ਜਦੋਂ ਕੋਈ ਡਿਸਕਸ਼ਨਸ ਚੱਲਦੀਆਂ, ਚਾਹੇ ਉਹ ਪੋਲੀਟੀਕਲ ਸਿਨੈਰੀਓ ਹੋਵੇ, ਚਾਹੇ ਉਹ ਕਲਚਰਲ ਸਿਨੈਰੀਓ ਹੋਵੇ, ਚਾਹੇ ਉਹ ਸਾਡਾ ਸੋਸ਼ਲ ਸਿਨੈਰੀਓ ਹੈ, ਚਾਹੇ ਉਹ ਰਿਲੀਜੀਅਸ ਸਿਨੈਰੀਓ ਹੈ। ਹਰ ਪੱਖ ਦੇ ਵਿੱਚ, ਹਰ ਖਿੱਤੇ ਦੇ ਵਿੱਚ, ਮਾਫ਼ ਕਰਨਾ, ਥਿੰਕ ਟੈਂਕਸ ਇੱਕ ਸ਼ਬਦ ਕਈ ਵਾਰੀ ਅਸੀਂ ਯੂਜ਼ ਕਰਦੇ ਹਾਂ ਵੀ ਪੋਲੀਟੀਕਲੀ ਸਾਡੇ ਥਿੰਕ ਟੈਂਕ ਹੋਣੇ ਚਾਹੀਦੇ ਆ, ਸਾਡੇ ਕਲਚਰਲੀ ਕੁਛ ਥਿੰਕ ਟੈਂਕਸ ਹੋਣੇ ਚਾਹੀਦੇ ਆ, ਸਾਡੇ ਸਮਾਜਿਕ ਤਾਣੇ ਬਾਣੇ ਦੀ ਗੱਲ ਕਰਨ ਵਾਲੇ ਵੀ ਥਿੰਕ ਟੈਂਕਸ ਦੀ ਲੋੜ ਹੈ, ਜਾਂ ਸਾਰਿਆਂ ਦਾ ਇੱਕ ਰਲਿਆ ਮਿਲਿਆ ਮਿਸ਼ਰਣ ਵੀ ਹੋਣਾ ਚਾਹੀਦਾ।
ਕੀ ਦੇਖਦੇ ਹੋ ਇਸ ਵੇਲੇ ਆਪਾਂ ਪੰਜਾਬੀਆਂ ਦੇ ਕੋਲ ਇਹੋ ਜਿਹੇ ਥਿੰਕ ਟੈਂਕਸ ਹੈਗੇ ਨੇ ਬਿਖਰੇ ਹੋਏ ਨੇ। ਮੈਂ ਇੱਕ ਕੋਸ਼ਿਸ਼ ਕਰ ਰਿਹਾ, ਸ਼ਾਇਦ ਕੱਲ ਪਰਸੋਂ ਤੋਂ ਸ਼ੁਰੂ ਕਰੂੰਗਾ ਉਸ ਕੋਸ਼ਿਸ਼ ਨੂੰ, ਕਿ ਲੋਕਾਂ ਨੂੰ ਕਿਵੇਂ ਸੁਧਾਰ ਸਕਦੇ, ਸੋਚ ਨੂੰ ਕਿਵੇਂ ਸੁਧਾਰ ਸਕਦੇ, ਆਪਦੇ ਮੁੱਦਿਆਂ ਨੂੰ ਕਿਵੇਂ ਸਾਹਮਣੇ ਲਿਆ ਸਕਦੇ। ਇਹ ਜਿਹੜਾ ਤੁਸੀਂ ਕਿਹਾ ਨਾ, ਇਹ ਥਿੰਕਿੰਗ ਵਾਲੇ ਲੋਕਾਂ ਦਾ ਕੰਮ ਹੁੰਦਾ ਹੈ। ਔਰ ਜੇ ਉਹ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਣ, ਜਾਂ ਉਹਨੂੰ ਕਹਿ ਲਓ ਇੱਕ ਪ੍ਰੈਸ਼ਰ ਗਰੁੱਪ ਬਣ ਜੇ, ਜਾਂ ਸਿਵਲ ਸੁਸਾਇਟੀ ਦੇ ਵਿੱਚ ਹੀ ਉਹ ਥਿੰਕਰ ਹੁੰਦੇ ਨੇ ਸਾਰੇ, ਉਹਨਾਂ ਨੂੰ ਇਕੱਠੇ ਕਰਕੇ ਅਗਰ ਲੋਕਾਂ ਦੇ ਮੁੱਦਿਆਂ ਦੀ ਗੱਲ ਲੋਕਾਂ ਤੱਕ ਪਹੁੰਚਾਈ ਜਾਵੇ ਔਰ ਲੋਕਾਂ ਰਾਹੀਂ ਫਿਰ ਹਕੂਮਤਾਂ ਬਦਲੀਆਂ ਜਾਣ ਤਾਂ ਬਹੁਤ ਕੁਛ ਹੋ ਸਕਦਾ ਹੁੰਦਾ ਹੈ। ਜਾਂ ਕਮ ਸੇ ਕਮ ਉਹਨਾਂ ਨੂੰ ਇਹ ਡਰ ਹੋ ਜੇ ਕਿ ਜੇ ਅਸੀਂ ਕੁਛ ਨਹੀਂ ਕੀਤਾ ਤੇ ਸਾਨੂੰ ਬਦਲ ਦੇਣਗੇ। ਜਿਹੜਾ ਡਰ ਅੱਜ ਸ਼ੁਰੂ ਤਾਂ ਹੋ ਗਿਆ, ਪਰ ਉਹਨਾਂ ਨੂੰ ਲੱਗ ਰਿਹਾ ਕਿ ਇਹ ਸਿਰਫ ਗੁੱਸਾ ਹੈ, ਔਰ ਸੱਚੀ ਮਾਨਿਓ ਚ ਹੈ ਵੀ ਗੁੱਸਾ ਹੈ। ਲੋਕਾਂ ਨੂੰ ਵੀ ਇਹ ਪਤਾ ਨਹੀਂ ਲੱਗ ਰਿਹਾ ਅਸੀਂ ਚਾਹ ਕੀ ਰਹੇ ਹਾਂ। ਜਿਵੇਂ ਆ ਕਿਸਾਨ ਅੰਦੋਲਨ ਹੀ ਸੀਗਾ, ਕਿਸਾਨ ਅੰਦੋਲਨ ਦੇ ਵਿੱਚ ਵੀ ਕਿਤੇ ਤਾਂ ਆਖ ਦਿੰਦੇ ਬਹੁਤ ਭਰ ਗਿਆ, ਕਿਤੇ ਆਦੇ ਖਾਲੀ ਹੋ ਗਿਆ। ਅਸਲ 'ਚ ਕੀ ਹੈ, ਇੱਕ ਲੋਕਾਂ ਦੇ ਵਿੱਚ ਇੱਕ ਫਰਸਟ੍ਰੇਸ਼ਨ ਆਈ ਪਈ ਹੈ। ਹਰ ਬੰਦੇ 'ਚ ਉਹ ਸੋਚ ਨਹੀਂ ਹੁੰਦੀਗੀ। ਇਹ ਥਿੰਕਰਸ ਦਾ ਕੰਮ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਦੱਸੋ ਸਾਰੀਆਂ ਗੱਲਾਂ। ਦੈਟ ਵੀ ਟਰਾਈ ਚੱਲ ਵੀ ਰਿਹਾ ਹੈਗੇ ਵੀ ਨੇ, ਔਰ ਪਰ ਇਕੱਠੇ ਹੋ ਕੇ ਕੁਛ ਗੱਲ ਕਰਨੀ ਚਾਹੀਦੀ ਹੈ। ਕਈ ਦਫਾ ਨਾ ਜਿਹੜੀ ਅਸੀਂ ਜ਼ਿਕਰ ਕਰਦੇ ਹੁੰਦੇ ਹਾਂ ਕਿ ਜਿਹੜੇ ਬੰਦੇ ਮੂਕ ਦਰਸ਼ਕ ਬਣ ਕੇ ਸਾਇਲੈਂਟ ਜਿਹੜੇ ਲੋਕ ਨੇ ਉਹ ਜ਼ਿਆਦਾ ਨੇ, ਅਤੇ ਐਕਸਪ੍ਰੈਸਿਵ ਐਂਡ ਵੋਕਲ ਹੋ ਕੇ ਜਿਹੜੀ ਜ਼ਿਆਦਾ ਗੱਲ ਪਹੁੰਚਦੀ ਕਰ ਦਿੱਤੀ ਜਾਂਦੀ ਹੈ, ਉਹ ਸਾਰਿਆਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਬਸ ਆਹੀ ਪਲੜਾ ਭਾਰੀ ਹੈ, ਜਦ ਕਿ ਚੁੱਪ ਰਹਿਣ ਵਾਲਿਆਂ ਦੀ ਗਿਣਤੀ ਵੱਡੀ ਹੁੰਦੀ ਹੈ। ਯੂ ਆਰ ਰਾਈਟ, ਇਹ ਸੱਚ ਹੈ। ਕੋਈ ਵੀ ਪਾਰਟੀ ਅੱਜ ਹਕੂਮਤ 'ਚ ਹੁੰਦੀ ਹੈ, ਉਹਦੀ ਵੈਸੇ ਵੀ ਪਰਸੈਂਟੇਜ 40% ਤੱਕ ਹੀ ਹੁੰਦੀ ਹੈ, ਮਤਲਬ ਉਦੋਂ ਵੀ ਥੱਲੇ ਹੁੰਦੀ ਕਈ ਵਾਰੀ, ਜੋ ਹਕੂਮਤ ਕਰ ਰਹੇ ਹੁੰਦੇ ਨੇ। ਇਸ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਵੀ ਇਹ ਸੱਚ ਹੈ। ਤੁਸੀਂ ਕਿਸੇ ਵੀ ਚਾਹੇ ਡਿਵੈਲਪਡ ਕੰਟਰੀਆਂ ਦੀ ਗੱਲ ਕਰ ਲਓ, ਹੈ ਨਾ ਜੀ, ਉੱਥੇ ਵੀ ਐਂ ਹੁੰਦਾ। ਬਟ ਉਹ ਜਿਹੜੇ ਚੁੱਪ ਰਹਿਣ ਵਾਲੇ ਹੁੰਦੇ ਆ ਨਾ, ਉਹ ਕਿਤੇ ਨਾ ਕਿਤੇ ਗੁਨਾਹਗਾਰ ਵੀ ਹੋ ਜਾਂਦੇ ਨੇ ਜੇ ਕੁਛ ਗਲਤ ਹੋ ਰਿਹਾ ਹੋਵੇ ਤਾਂ। ਹਾਂ, ਸਹੀ ਹੋ ਰਿਹਾ ਉਹਦੇ 'ਚ ਬੰਦੇ ਚੁੱਪ ਵੀ ਨੇ ਫਿਰ ਚੱਲ ਜਾਂਦਾ, ਪਰ ਜੇ ਕੁਛ ਗਲਤ ਹੋ ਰਿਹਾ ਉਹਦੇ 'ਚ ਜਿਹੜੇ ਚੁੱਪ ਬੰਦੇ ਬੈਠੇ ਨੇ ਔਰ ਜਿਹਨਾਂ ਨੂੰ ਪਤਾ ਹੋਵੇ ਇਹ ਸਹੀ ਹੈ। ਮੈਂ ਨਾ ਇੱਕ ਹਮੇਸ਼ਾ ਜ਼ਿਕਰ ਕਰਦਾ ਹੁੰਦਾ, ਮੇਰੇ ਰੇੜੇ ਦਾ ਇੱਕ ਗਾਣਾ ਸੀ ਕਿ ਲੋਕਾਂ ਦੇ ਵੱਟਿਆਂ ਦੀ ਮੈਨੂੰ ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋਈ। ਪੱਥਰ ਜੇ ਕੋਈ ਬੇਸਮਝ ਜਾਂ ਜਿਹਨੂੰ ਵਿਚਾਰੇ ਨੂੰ ਸਮਝ ਨਹੀਂ ਗਈ ਉਸ ਮੁੱਦੇ ਦੀ ਜਾਂ ਉਸ ਸਿਨਾਰੀਓ ਦੀ, ਉਹ ਪੱਥਰ ਵੀ ਮਾਰਦੇ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂਗਾ। ਪਰ ਜਿਸ ਬੰਦੇ ਨੂੰ ਇਹ ਪਤਾ ਹੈ ਉਹ ਫੁੱਲ ਵੀ ਮਾਰੂਗਾ ਤਾਂ ਤੁਹਾਨੂੰ ਦੁੱਖ ਹੋਊਗਾ ਕਿ ਯਾਰ ਤੈਨੂੰ ਤਾਂ ਪਤਾ ਸੀ। ਇਹ ਉਹੋ ਜਿਹੇ ਮੂਕ ਦਰਸ਼ਕ ਜਿਨ੍ਹਾਂ ਨੂੰ ਸਭ ਕੁਛ ਪਤਾ ਹੋਵੇ ਔਰ ਫਿਰ ਵੀ ਚੁੱਪ ਰਹਿਣ। ਇਹ ਕਤਲ ਕਰਨਾ ਜਿੰਨਾ ਹੋਣਾ ਹੈ, ਉਹਨਾਂ ਚੁੱਪ ਰਹਿਣ ਵਾਲਾ ਵੀ ਕਾਫੀ ਹੱਦ ਤੱਕ ਉਹਦਾ ਹਿੱਸੇਦਾਰ ਹੁੰਦਾ ਹੈ। ਅੱਜ ਪੰਜਾਬ ਨੂੰ ਜੋ ਮੂਕ ਬਣ ਕੇ ਦੇਖਦੇ ਨੇ, ਉਹਨਾਂ 'ਚ ਉਹਨਾਂ ਦਾ ਡਰ ਵੀ ਸ਼ਾਮਲ ਹੈ। ਉਹਨਾਂ ਨੂੰ ਲੱਗਦਾ ਸਾਡੇ ਨਾਲ ਕੁਛ ਗਲਤ ਨਾ ਹੋ ਜੇ। ਪਰ ਮੈਨੂੰ ਲੱਗਦਾ ਇਹ ਉਹ ਖਿੱਤਾ ਹੈ ਜਿੱਥੇ ਅਸੀਂ ਦੂਜੇ ਦੇ ਘਰ ਲੱਗੀ ਅੱਗ ਨੂੰ ਬੁਝਾਉਣ ਜਾਂਦੇ ਸੀ। ਇਸੇ ਲਈ ਅਸੀਂ ਉਹ ਹਮਲਾਵਰ ਵੀ ਮੋੜਤੇ ਸੀ, ਆਪਦਾ ਰਾਜ ਵੀ ਕਾਇਮ ਕਰ ਲਿਆ ਸੀ, ਔਰ ਜਿੱਥੋਂ ਸਾਨੂੰ ਲੁੱਟਦੇ ਸੀ ਆ ਕੇ ਉਹ ਸਾਥੋਂ ਪੁੱਛ ਕੇ ਰਾਜੇ ਬਣਾਉਣ ਲੱਗ ਗਏ ਸੀ। ਇਸ ਗੱਲ ਕਰਕੇ ਅੱਜ ਅਸੀਂ ਉਸ ਗੱਲ ਤੋਂ ਪਿੱਛੇ ਹਟ ਗਏ। ਅੱਜ ਅਸੀਂ ਆਪਦੇ ਆਪ 'ਚ ਸੀਮਤ ਹੋ ਗਏ। ਅੱਜ ਤੁਸੀਂ ਪਿੰਡਾਂ ਦਾ ਐਟਮੋਸਫੀਅਰ ਦੇਖੋ ਜਾ ਕੇ, ਮੈਨੂੰ ਦੁੱਖ ਹੁੰਦਾ ਵੇਖ ਕੇ। ਮੋੜਾਂ ਤੇ ਬਹਿਣਾ ਛੱਡਤਾ, ਸੱਥਾਂ ਖਤਮ ਹੋ ਗਈਆਂ ਨੇ। ਲੋਕ ਜੋ ਪਿੰਡਾਂ 'ਚ ਸ਼ਾਮ ਨੂੰ ਬਾਹਰ ਨਿਕਲਦੇ ਹੁੰਦੇ ਸੀ, ਮੈਂ ਤਾਂ ਆਪ ਖੇਡਦਾ ਰਿਹਾ, ਕਿਤੇ ਵਾਲੀਬਾਲ, ਕਿਤੇ ਕਬੱਡੀ, ਕਿਤੇ ਕੁਛ ਘੁਲਣਾ, ਮੁਗਦਰ ਚੁੱਕਣਾ, ਉਹ ਤਾਂ ਖੈਰ ਪਹਿਲਾਂ ਦੀਆਂ ਗੱਲਾਂ ਸੀ ਮੈਥੋਂ, ਮੁਗਦਰ ਵਗੈਰਾ ਵਾਲੀਆਂ, ਪਰ ਇਹ ਪਿੰਡ ਹੁੰਦੇ ਸੀ ਸਾਡੇ। ਅੱਜ ਤੁਸੀਂ ਪਿੰਡਾਂ 'ਚ ਜਾਓ, ਸੁੰਨ ਵਰਤੀ ਹੁੰਦੀ ਹੈ। ਇੱਕ ਤਾਂ ਸੋਸ਼ਲ ਮੀਡੀਆ ਨੇ ਬੜਾ ਮਸਲਾ ਕ੍ਰੀਏਟ ਕਰਤਾ ਹੈ। ਇੱਕ ਲੋਕ ਆਪਣੇ ਆਪ ਤੱਕ ਸੀਮਤ ਹੋ ਗਏ ਨੇ। ਪਹਿਲਾਂ ਸ਼ਹਿਰਾਂ 'ਚ ਹੋਇਆ ਸੀ, ਆਪਾਂ ਆਉਂਦੇ ਸੀ, ਅੱਜ ਕੱਲ੍ਹ ਪਿੰਡਾਂ 'ਚ ਹੈ। ਇੰਨੇ ਸੀਮਤ ਹੋ ਗਏ ਆ, ਇੰਨੇ ਚੁੱਪ ਹੋ ਗਏ ਆ ਕਿ ਸਾਨੂੰ ਕੀ ਵਾਲਾ ਵਰਡ ਕਹਿਣ ਲੱਗ ਗਏ ਆ। ਅਸੀਂ ਆਪਣੇ ਆਪ ਨੂੰ ਸਿਕਿਉਰ ਕਰਦਿਆਂ ਨੇ ਇੱਕ ਇਹੋ ਜਿਹੀ ਇਨਸਿਕਿਉਰ ਸੁਸਾਇਟੀ ਡਿਵੈਲਪ ਕਰ ਲਈ ਹੈ ਜੋ ਦਿਨੋਂ ਦਿਨ ਇੱਕ ਬੁਰੇ ਵੱਲ ਵੱਧਦੀ ਜਾ ਰਹੀ ਹੈ। ਇਹ ਇਸ ਚੁੱਪ ਦਾ ਨੁਕਸਾਨ ਹੈ। ਇਹਨੂੰ ਤੋੜਨਾ ਪਊਗਾ, ਚੁੱਪ ਨੂੰ ਤੋੜਨਾ ਪਊਗਾ, ਡਰ ਨੂੰ ਹਟਾਉਣਾ ਪਊਗਾ, ਅੱਗੇ ਲੱਗਣਾ ਪਊਗਾ ਜਾਂ ਬੋਲਣਾ ਪਊਗਾ। ਤੁਸੀਂ ਅੱਗੇ ਨਾ ਲੱਗੋ, ਚੱਲੋ। ਪਰ ਜੇ ਯਾਰ ਅਸੀਂ ਗਲਤ ਨੂੰ ਗਲਤ ਨਹੀਂ ਕਹਿ ਸਕਦੇ ਔਰ ਸਹੀ ਨੂੰ ਸਹੀ ਨਹੀਂ ਕਹਿ ਸਕਦੇ ਤਾਂ ਫਿਰ ਸਾਨੂੰ ਇਨਸਾਨ ਹੋਣ ਦਾ ਹੱਕ ਹੀ ਨਹੀਂਗਾ। ਉਹ ਖਲੀਲ ਜਿਬਰਾਨ ਨੇ ਇੱਕ ਬੜੀ ਸੋਹਣੀ ਗੱਲ ਕਹੀ ਸੀ ਕਿ ਬੁਰਾਈ ਦੇ ਖਿਲਾਫ ਲੜੋ, ਲੜ ਨਹੀਂ ਸਕਦੇ ਤਾਂ ਕਹੋ, ਕਹਿ ਵੀ ਨਹੀਂ ਸਕਦੇ ਤਾਂ ਸੋਚੋ, ਜੇ ਸੋਚ ਵੀ ਨਹੀਂ ਸਕਦੇ ਤਾਂ ਯਾਰ ਤੁਸੀਂ ਬੰਦੇ ਹੀ ਨਹੀਂ, ਫਿਰ ਇਨਸਾਨ ਹੀ ਨਹੀਂ ਗੇ। ਸੋ ਅਸੀਂ ਤਾਂ ਸੋਚਣ ਤੋਂ ਅੱਗੇ ਕਹਿਣ ਤੱਕ ਆਉਣਾ ਚਾਹੀਦਾ ਹੈ, ਤਾਂ ਹੀ ਇਸ ਨੂੰ ਬਚਾ ਪਾਵਾਂਗੇ। ਇਹ ਜ਼ਰੂਰੀ ਹੈ। ਅੱਛਾ, ਇਹਨਾਂ ਕੁਛ ਪੈਮਾਨਿਆਂ ਦੀ ਗੱਲ ਕਰਦੇ ਹਾਂ ਮਾਨ ਸਾਹਿਬ, ਮੈਨੂੰ ਸਿਰਫ 10 ਸੈਕਿੰਡ ਦਿਓ, ਆਪਾਂ ਸਟੇਸ਼ਨ ID ਸਾਂਝੀ ਕਰਕੇ ਤੇ ਆਪਣੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ।
You're listening to CIRF 1350 AM Brampton, Radio Humsafar. ਜੀ ਦੋਸਤੋ, ਹਰਜਿੰਦਰ ਗਿੱਲ ਸ਼ੋ ਰੇਡੀਓ ਹਮਸਫਰ ਤੇ ਇਸ ਵੇਲੇ ਸਮਾਚਾਰ ਵੱਜ ਚੁੱਕੇ ਨੇ ਤੇ ਅਸੀਂ ਆਪਣੇ ਪ੍ਰੋਗਰਾਮ ਦੇ 3rd ਆਵਰ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਅਮਿਤੋਜ ਮਾਨ ਹੋਰੀ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਜ਼ਰੀਏ ਜੁੜੇ ਹੋਏ ਨੇ ਤੇ ਸਾਡੀ ਇਸ ਖਾਸ ਗੱਲਬਾਤ ਨੂੰ ਤੁਸੀਂ ਸੁਣ ਰਹੇ ਹੋਵੋਗੇ। ਉਮੀਦ ਕਰਦੇ ਹਾਂ ਕਿ ਸਾਡੀ ਇਸ ਗੱਲਬਾਤ ਦੇ ਨਾਲ ਤੁਹਾਡੀ ਸਾਂਝ ਬਣ ਗਈ ਹੋਣੀ ਹੈ। ਕਈ ਵਾਰੀ ਮਾਨ ਸਾਹਿਬ ਇਹ ਹੁੰਦਾ ਕਿ ਅਸੀਂ ਕਨੈਕਟ ਨਹੀਂ ਕਰ ਪਾਉਂਦੇ, ਸਾਨੂੰ ਲੱਗਣ ਲੱਗ ਜਾਂਦਾ ਯਾਰ ਗੱਲਾਂ ਬਹੁਤ ਭਾਰੀਆਂ ਨੇ, ਬਹੁਤ ਵੱਡੀਆਂ ਗੱਲਾਂ ਕਰੀ ਜਾਂਦੇ, ਨਤੀਜੇ ਕੋਈ ਨਿਕਲਦੇ ਨਹੀਂ। ਕੀ ਪੈਮਾਨਾ ਹੈ ਸਰ, ਇਹ ਨਤੀਜੇ ਕਿੱਦਾਂ ਦਿਖਣਗੇ ਜਾਂ ਦਿਖ ਰਹੇ ਨੇ, ਹੈਗੇ ਨੇ, ਸਾਨੂੰ ਨਹੀਂ ਦਿਖ ਰਿਹਾ ਕਿ ਜਾਂ ਜੇ ਨਤੀਜੇ ਹੈ ਹੀ ਨਹੀਂ ਕਿਤੇ? ਨਤੀਜੇ ਦੇਖੋ, ਮੈਂ ਫਿਰ ਕਹੂੰਗਾ ਕਿ ਨਤੀਜੇ ਜਿਨ੍ਹਾਂ ਨੇ ਕੱਢਣੇ ਹੁੰਦੇ ਨੇ ਉਹ ਹਮੇਸ਼ਾ ਇਹ ਵੇਂਦੇ ਨੇ ਕਿ ਲੋਕ ਕੀ ਰਿਐਕਟ ਕਰ ਰਹੇ ਨੇ, ਹਮੇਸ਼ਾ। ਇਸੇ ਲਈ ਲੋਕ, ਜਿਵੇਂ ਤੁਸੀਂ ਮੰਨ ਲਓ ਲੋਕਾਂ ਨੇ ਕਿਹਾ ਜੀ ਪੰਜਾਬ ਵਾਲੇ ਆਰਟਿਸਟ ਤਾਂ ਲੱਗ ਗਏ, ਬਾਲੀਵੁੱਡ ਵਾਲੇ ਕਿਉਂ ਨਹੀਂ ਲੱਗੇ? ਕਿਉਂਕਿ ਉਹਨਾਂ ਨੂੰ ਲੱਗਿਆ ਯਾਰ ਜਿਹੜੀ ਬਹੁ ਗਿਣਤੀ ਹੈ ਉਹ ਦੂਜੇ ਪਾਸੇ ਹੈ, ਕਿਸਾਨਾਂ ਨਾਲ ਨਹੀਂ ਗਈ, ਤਾਂ ਉਹ ਉੱਧਰ ਬੋਲਣ ਲੱਗ ਗਏ। ਇਹ ਜਿਹੜਾ ਇਹ ਤੁਸੀਂ ਇੱਕ ਕਾਮਨ ਫਿਨੋਮੀਨਾ ਹੈ। ਇਹ ਤੁਸੀਂ ਹਰ ਇੰਟੈਲੀਜੈਂਟ ਬੰਦਾ ਨਹੀਂ ਹੈ ਸੋਚੂਗਾ, ਔਰ ਜੋ ਮੁਖਰ ਹੈ ਬੰਦਾ, ਜੋ ਇਨਸਾਨੀਅਤ ਦੀ ਗੱਲ ਕਰਦਾ ਆ ਰਿਹਾ ਉਹ ਨਹੀਂ ਸੋਚੂਗਾ, ਬਟ ਜ਼ਿਆਦਾਤਰ ਲੋਕ ਐਂ ਸੋਚਦੇ ਨੇ। ਸੋ ਇਸ ਚੀਜ਼ ਨੂੰ ਬਦਲਣ ਲਈ ਲੋਕਾਂ ਦਾ ਬਦਲਣਾ ਜ਼ਰੂਰੀ ਹੈ। ਰਿਜ਼ਲਟ ਕੱਢਣਾ, ਕਿਉਂਕਿ ਫੈਸਲੇ ਤਾਂ ਗਵਰਨਮੈਂਟਾਂ ਨਹੀਂ ਕਰਨੇ ਹੁੰਦੇ ਹੈ, ਪਰ ਲੋਕਾਂ ਦਾ ਮੂਡ ਵੇਖ ਕੇ ਕਰਨੇ ਹੁੰਦੇ ਹੈ। ਜਦੋਂ ਲੋਕਾਂ ਦਾ ਮੂਡ ਉਸ ਤਰਫ ਹੋ ਗਿਆ ਬਦਲਾਅ ਵੱਲ ਔਰ ਚੰਗੀਆਂ ਗੱਲਾਂ ਵੱਲ, ਗੌਰਮੈਂਟ ਉਹ ਫੈਸਲੇ ਲਊਗੀ, ਫਿਰ ਤੁਹਾਨੂੰ ਉਹ ਪੈਮਾਨੇ ਜਾਂ ਉਹ ਗੱਲਾਂ ਨਜ਼ਰ ਆਉਣ ਲੱਗ ਜਾਣਗੀਆਂ, ਇੰਪਲੀਮੈਂਟ ਹੁੰਦੀਆਂ ਹੋਈਆਂ। ਉਦੋਂ ਪਹਿਲਾਂ ਸਿਰਫ ਇੱਕ ਗੱਲਾਂ ਹੀ ਹੁੰਦੀਆਂ ਨੇ, ਪਰ ਗੱਲਾਂ ਨਹੀਂ ਹੁੰਦੀਆਂ, ਗੱਲਾਂ ਨਾਲ ਸੋਚਾਂ ਬਦਲਦੀਆਂ ਨੇ, ਦਿਮਾਗ ਬਦਲਦੇ ਨੇ। ਉਹ ਜ਼ਮਾਨਾ ਚਲਿਆ ਗਿਆ ਜਦੋਂ ਤਲਵਾਰਾਂ ਨਾਲ ਬਦਲੀਦਾ ਸੀ। ਤਲਵਾਰਾਂ ਤੋਂ ਬਾਅਦ ਕਲਮਾਂ ਆ ਗਈਆਂ, ਕਲਮਾਂ ਤੋਂ ਬਾਅਦ ਹੁਣ ਕੈਮਰੇ ਆ ਗਏ ਨੇ। ਕਿ ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਹੀ ਕਾਰਨ ਹੈ ਕਿ ਇਹਨਾਂ ਨਾਲ ਅਸੀਂ ਸੋਚ ਬਦਲ ਸਕੀਏ, ਔਰ ਉਹ ਸੋਚ ਬਦਲਦੀ ਨਜ਼ਰ ਆ ਰਹੀ ਹੈ ਥੋੜੀ। ਸੋ ਤੁਸੀਂ ਥੋੜਾ ਜਿਹਾ ਇਸ ਗੱਲ ਨੂੰ ਆਲਰੇਡੀ ਟੱਚ ਕਰ ਦਿੱਤਾ, ਜਿਹੜਾ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੀ ਕਿ ਪਿਛਲੇ ਦਿਨੀ ਵੀ ਅਸੀਂ ਇੱਥੇ ਜਦੋਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਸਵਾਲ ਦਾ ਸਾਹਮਣਾ ਵੀ ਕਰਨਾ ਪੈਂਦਾ ਕਿ ਯਾਰ ਅਸੀਂ ਇੱਥੇ ਬੈਠੇ ਕੀ ਕਰਾਂਗੇ, ਗੱਲਾਂ ਕਰਕੇ, ਟਾਕ ਸ਼ੋਅ ਕਰਕੇ। ਹੋ ਸਕਦਾ ਰੇਡੀਓ ਵਾਲੇ ਨੂੰ ਲੱਗਦਾ ਕਿ ਚਲੋ ਜੀ ਅੱਧਾ ਪੌਣਾ ਘੰਟਾ ਮੇਰਾ ਪਾਰ ਹੋ ਗਿਆ, ਕਾਲਰਸ ਨੇ ਕਾਲ ਕਰਤੀਆਂ, ਮੈਂ ਵਿਸ਼ਾ ਛੇੜ ਦਿੱਤਾ, ਐਕਸਾਈਟ ਜਿਹਾ ਕਰਕੇ ਲੋਕਾਂ ਨੂੰ ਪੰਪ ਜਿਹਾ ਦੇ ਕੇ ਜਿੱਦਾਂ ਦੀਆਂ ਮਰਜ਼ੀ ਗੱਲਾਂ ਕਰਵਾ ਲਓ ਇੱਥੇ ਬੈਠ ਕੇ। ਇਸ ਵਿਚਾਰਧਾਰਾ ਦੇ ਨਾਲ ਜਦੋਂ ਅਸੀਂ ਚੱਲਦੇ ਹਾਂ ਜਾਂ ਸਾਨੂੰ ਲੱਗਦਾ ਹੁੰਦਾ ਕਿ ਕੀ ਇਹ ਸਿਰਫ ਟਾਈਮ ਪਾਸ ਹੋ ਰਿਹਾ, ਇਹੀ ਗੱਲ ਸ਼ਾਇਦ ਕਿਤੇ ਨਾ ਕਿਤੇ ਲੱਗਦੀ ਹੋਵੇ ਕਿ ਯਾਰ ਜਿਹੜੇ ਕਲਾਕਾਰ ਜਾਂ ਜਿਹੜੇ ਕੋਈ ਪੋਲੀਟੀਸ਼ੀਅਨਸ ਜਾਂ ਜਿਹੜੇ ਸਮਾਜ ਸੇਵੀ ਆ ਉਹ ਤੁਰੇ ਫਿਰਦੇ, ਉਹ ਆਪਣਾ ਕੋਈ ਨਾ ਕੋਈ ਮਫਾਦ ਲਈ ਤੁਰੇ ਫਿਰਦੇ ਆ ਸ਼ਾਇਦ। ਪਰ ਇਸ ਗੱਲ ਨੂੰ ਕਿਵੇਂ ਐਡਰੈਸ ਕਰਦੇ ਹੋ? ਕੋਈ ਅਸਰ ਇਹਨਾਂ ਗੱਲਾਂ ਤੋਂ ਤੁਸੀਂ ਭੱਜ ਨਹੀਂ ਸਕਦੇ, ਇਹ ਤਾਂ ਕਹਿਣਾ ਹੀ ਹੁੰਦਾ। ਇਹ ਮੇਰੀ ਗੱਲ ਸੁਣੋ, ਸਭ ਤੋਂ ਵੱਡੀ ਤਾਕਤ ਤਾਂ ਰੱਬ ਹੈ ਨਾ, ਤੇ ਰੱਬ ਨੂੰ ਹੀ ਕਿੰਨੇ ਲੋਕ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ। ਇਹ ਤਾਂ ਰੱਬ ਖੁਦ ਬਣਾ ਕੇ ਵੀ ਸੋਚਦਾ ਹੋਣਾ ਯਾਰ ਮੈਂ ਕੀ ਬਣਾ ਲਏ ਪਤੰਦਰ, ਮੈਨੂੰ ਨਹੀਂ ਮੰਨਦੇਗੇ। ਉਹ ਇੱਕ ਸ਼ੇਰ ਹੈ ਨਾ ਕਿ ਤਖਲੀਕੇ ਕਾਇਨਾਤ ਕੇ ਦਿਲਚਸਪ ਜੁਰਮ ਪਰ ਹੱਸਦਾ ਤਾਂ ਹੋਗਾ ਜਜ਼ਦਾ ਕभी कभी। ਕਿ ਆ ਤਖਲੀਕ ਜਿਹੜੀ ਮੈਂ ਦੁਨੀਆ ਬਣਾ ਲਈ ਹੈ, ਇਹਨੂੰ ਬਣਾ ਕੇ ਉਹ ਖੁਦ ਵੀ ਹੱਸਦਾ ਹੋਊਗਾ ਯਾਰ ਮੈਂ ਕਿਹਦੀਆਂ ਚੀਜ਼ਾਂ। ਇੱਕ ਵਾਰੀ ਮੁਕਰਰ ਕਰਿਓ ਕਿ ਹੌਲੀ ਜਰਾ। ਹਾਂਜੀ। तख्लीके कायनात के दिलचस्प जुर्म पर हंसता तो होगा जज़दा कभी कभी। ਤਾਂ ਇਹ ਤਖਲੀਕ ਹੈ ਜਿਹੜੀ ਇਹ ਕਾਇਨਾਤ ਬਣਾਈ ਹੈ ਉਹਨੇ, ਜਿਹੜੀ ਇਹਨੂੰ ਉਸਾਰਿਆ ਕਾਇਨਾਤ ਦੁਨੀਆ ਬਣਾਈ ਹੈ, ਇਹਨੂੰ ਬਣਾ ਕੇ ਉਹ ਹੱਸਦਾ ਤਾਂ ਹੋਊਗਾ। ਸੋਰੇ ਮੈਨੂੰ ਨਹੀਂ ਮੰਨਦੇ ਕਿ ਸੋ ਇਹਨਾਂ ਨੇ ਤਾਂ ਕੁਛ ਵੀ ਕਹਿਣਾ। ਬਟ ਮੈਂ ਜਿਹੜੀ ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਸਾਡੇ ਲਈ ਤਾਂ ਇਹ ਗੱਲਾਂ ਹੁੰਦੀਆਂ ਨੇ। ਔਰ ਮੈਂ ਤੁਹਾਨੂੰ ਦੱਸਾਂ, ਮੈਂ ਇਮਾਨਦਾਰੀ ਨਾਲ ਆਉਣਾ ਤੁਸੀਂ ਕਿ ਆਹ ਅੰਦੋਲਨ ਨਹੀਂ ਸੀ ਜਿਵੇਂ, ਕਿਉਂਕਿ ਜਦੋਂ ਕੋਈ ਤੁਹਾਡੇ ਨਜ਼ਦੀਕ ਕੋਈ ਵੱਡੀ ਘਟਨਾ ਹੋਈ ਹੁੰਦੀ ਹੈ ਤੁਸੀਂ ਉਹਦੇ ਨਾਲ ਕਈ ਗੱਲਾਂ ਰਿਲੇਟ ਕਰ ਲੈਂਦੇ ਹੋ, ਜਦਕਿ ਉਹ ਜ਼ਿੰਦਗੀ ਨਾਲ ਤਾਲੁਕ ਰੱਖਦੀਆਂ ਹੁੰਦੀਆਂ। ਤੁਸੀਂ ਇੱਥੇ ਬਹੁਤ ਸਾਰੇ ਲੋਕ ਗਏ, ਮੈਨੂੰ ਆਉਂਦੀ ਜੀ ਕੌਣ ਸਾਰੇ ਕਿਵੇਂ ਜਾ ਰਹੇ ਆ। ਮੈਂ ਕਿਹਾ ਦੇਖੋ, ਸਭ ਤੋਂ ਵੱਡੀ ਗਿਣਤੀ ਹੁਣ ਉਹ ਜਾ ਰਹੀ ਹੈ ਜਿਨ੍ਹਾਂ ਨੂੰ ਲੱਗਦਾ ਜੇ ਨਾ ਗਏ ਤਾਂ ਅਸੀਂ ਯਾਰ ਦੁਨੀਆ ਨੂੰ ਮੂੰਹ ਕੀ ਵਿਖਾਵਾਂਗੇ। ਇਹ ਸੱਚ ਹੈ, ਇਹ ਸੱਚ ਹੈ, ਇਹ ਸੱਚ ਨੂੰ ਮੰਨਣਾ ਪਊਗਾ। ਫਿਰ ਉਸ ਤੋਂ ਬਾਅਦ ਲੋਕ ਆ ਜਾਂਦੇ ਨੇ ਕਿ ਨਹੀਂ ਯਾਰ ਕੁਛ ਕਰੀਏ ਵੀ ਯਾਰ, ਜੇ ਉਹ ਕਰ ਰਹੇ ਤਾਂ ਆਪਾਂ ਕਿਉਂ ਨਹੀਂ, ਹੈ ਨਾ। ਥੋੜ੍ਹਾ ਜਿਹਾ ਸੋਚ ਕੇ ਚਲੇ ਜਾਂਦੇ ਨੇ। ਸਭ ਤੋਂ ਅਖੀਰਲੇ ਉਹ ਹੁੰਦੇ ਨੇ ਜੋ ਡੈਡੀਕੇਟਡ ਹੁੰਦੇ ਨੇ ਕਿ ਨਹੀਂ ਇਹ ਤਾਂ ਕਰਨਾ ਹੀ ਹੈ ਔਰ ਇਹਦੇ 'ਚੋਂ ਕੋਈ ਇਹ ਰਿਜ਼ਲਟ ਕੱਢਣਾ ਹੀ ਹੈ। ਸੋ ਇਹ ਤਿੰਨ ਕੈਟਾਗਰੀਆਂ ਤਾਂ ਅੰਦੋਲਨ ਨਾਲ ਜੁੜ ਗਈਆਂ। ਹੁਣ ਰਹੀ ਗੱਲ ਤੁਸੀਂ ਇੱਥੇ ਜੋ ਕਰਦੇ ਹੋ ਦੂਰ ਬਹਿ ਕੇ, ਇਹ ਕਹਿਣਾ ਕਦੇ ਵੀ ਇਹ ਇੱਥੇ ਬੜੀ ਮਸ਼ਹੂਰ ਗੱਲ ਹੈ ਕਿ ਯਾਰ ਜਿਹਦੇ ਨਾਲ NRI ਹੋ ਗਏ ਨਾ ਉਹ ਪਾਰਟੀ ਜਾਂ ਉਹ ਬੰਦੇ ਤਾਂ ਗਿਆ ਕੰਮ ਤੋਂ। ਮੈਂ ਬੜੇ ਵਾਰੀ ਹੱਸਦਾ ਹੁੰਦਾ, ਇਹ ਬਹੁਤ ਕਿਹਾ ਜਾਂਦਾ, ਬਹੁਤ ਕਿਹਾ ਜਾਂਦਾ, ਇਹ ਕਿਹਾ ਜਾਂਦਾ ਪੰਜਾਬ 'ਚ ਤਾਂ ਇਹ ਗੱਲ ਆਮ ਹੋ ਗਈ ਹੈ। ਮੈਂ ਉਹਨਾਂ ਨੇ ਮੇਰੀ ਗੱਲ ਸੁਣੋ, ਮੈਂ ਕਿਹਾ ਉਹ ਇਹੋ ਜਿਹੀ ਥਾਂ ਤੇ ਬੈਠੇ ਜਿੱਥੇ ਤੁਸੀਂ ਜਾਣ ਨੂੰ ਲੋਚਦੇ ਹੋ ਜ਼ਿਆਦਾਤਰ,
ਹੁਣ ਮੈਨੂੰ ਇਹ ਦੱਸੋ ਲੈ ਵੀ ਉਹਨਾਂ ਨੂੰ ਆਫਤ ਪਈ ਆ ਤੁਹਾਡੀ ਗੱਲ ਕਰਨ? ਉਹ ਵਿਚਾਰੇ ਉਸ ਕੁੜੀ ਵਰਗੇ ਨੇ ਜਿਨ੍ਹਾਂ ਦੇ ਪੇਕੇ ਅਮੀਰ ਨਹੀਂ ਹੁੰਦੇ ਜਾਂ ਵਿਚਾਰਿਆਂ ਦਾ ਉਹਨਾਂ ਦਾ ਕੋਈ ਮਸਲਾ ਹੁੰਦਾ, ਉਹ ਚਾਹੁੰਦੀ ਹੁੰਦੀ ਹੈ ਕਿ ਮੇਰੇ ਸਹੁਰਿਆਂ ਵਾਂਗੂ ਉਹਨਾਂ ਦਾ ਵੀ ਕੁਛ ਭਲਾ ਹੋ ਜੇ। ਉਹ ਐਂ ਸੋਚਦੇ ਨਹੀਂ, ਉਹਨਾਂ ਨੂੰ ਲੱਗਦਾ ਜੇ ਸਾਡੇ ਇੱਥੇ ਇੱਕ ਚੰਗਾ ਸਿਸਟਮ ਹੈਗਾ ਤੇ ਯਾਰ ਅਸੀਂ ਜਿੱਥੋਂ ਉੱਠ ਕੇ ਆਏ ਹਾਂ, ਸਾਡਾ ਜਿੱਥੇ ਮੂਲ ਹੈ ਜਾਂ ਜਿਹੜਾ ਸਾਡੀ ਅਸਲ ਹੈ, ਉੱਥੇ ਕਿਉਂ ਨਾ ਹੋਵੇ। ਇਸ ਕਰਕੇ ਉਹ ਹਮੇਸ਼ਾ ਹੀ ਕਿਸੇ ਨਵੀਂ ਸੋਚ ਨੂੰ ਬਹੁਤ ਜਲਦੀ ਰਿਐਕਟ ਕਰਦੇ ਨੇ, ਕਿਉਂਕਿ ਉਹ ਇੱਕ ਅਜਿਹੀ ਹਵਾ 'ਚ ਜਾਂ ਫਿਜ਼ਾ 'ਚ ਬੈਠੇ ਨੇ ਜਿੱਥੇ ਇਹ ਗੱਲਾਂ ਜਲਦੀ ਸਮਝ ਆਉਂਦੀਆਂ ਨੇ, ਤਾਂ ਉਹ ਰਿਐਕਟ ਕਰਦੇ ਨੇ। ਇੱਥੇ ਆਪਣੇ ਰਿਐਕਟ ਇੱਥੇ ਵੀ ਕਰਦੇ ਨੇ, ਬਟ ਇੱਥੇ ਬਹੁਤ ਸਾਰੇ ਬੰਦਿਆਂ ਦੇ ਆਪਦੇ ਪਰਸਨਲ ਸਵਾਰਥ ਵੀ ਜੁੜੇ ਹੁੰਦੇ ਨੇ ਜਾਂ ਮਜਬੂਰੀਆਂ ਵੀ ਹੁੰਦੀਆਂ ਨੇ। ਸ਼ਾਇਦ ਅਸੀਂ ਉਵੇਂ ਨਹੀਂ ਰਿਐਕਟ ਕਰ ਪਾਉਂਦੇ ਜਿੰਨਾ ਤੁਸੀਂ ਇੱਥੇ ਕਰਦੇ ਹੋ, ਬਟ ਇਹ ਰਿਐਕਟ ਕਰਨ ਨੂੰ ਵਿਅਰਥ ਨਾ ਸਮਝੋ। ਤੁਹਾਡੀ ਕਹੀ ਹੋਈ ਇੱਕ ਗੱਲ ਅਗਰ ਕਿਸੇ ਇੱਕ ਬੰਦੇ ਨੂੰ ਵੀ ਬਦਲ ਦਿੰਦੀ ਹੈ ਤਾਂ ਤੁਸੀਂ ਸਮਝੋ ਤੁਸੀਂ ਬਹੁਤ ਵੱਡਾ ਕੰਮ ਕਰਤਾ ਹੈ। ਅਸਲ 'ਚ ਜਿਵੇਂ ਮੁਸਲਿਮਸ ਦੇ ਵਿੱਚ ਕਹਿ ਦਿੱਤਾ ਜਾਂਦਾ ਕਾਫਿਰ ਹੈ। ਕਾਫਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਮੁਸਲਮਾਨ ਨਹੀਂ, ਉਹ ਕਾਫਰ ਹੈ, ਨਹੀਂ, ਜੋ ਰੱਬ ਨੂੰ ਨਹੀਂ ਮੰਨਦਾ ਉਹ ਕਾਫਰ ਹੈ। ਤਾਂ ਉਹਨਾਂ ਨੇ ਇੱਕ ਟਾਈਮ ਤੇ ਕਿਹਾ ਸੀ ਯਾਰ ਤੂੰ ਇੱਕ ਬੰਦੇ ਨੂੰ ਵੀ ਕਾਫਰ ਤੋਂ ਇਹਨੂੰ ਮੰਨਣ ਵਾਲਾ ਬਣਾਤਾ ਤਾਂ ਸਮਝ ਲਾ ਤੂੰ ਆਪਦੀ ਜ਼ਿੰਦਗੀ 'ਚ ਸਫਲ ਹੋ ਗਿਆ। ਤਾਂ ਉਸੇ ਤਰ੍ਹਾਂ ਨਾਲ ਜੇ ਤੁਸੀਂ 2, 3, 4, 5 ਬੰਦਿਆਂ ਨੂੰ ਵੀ ਉਸ ਮੁੱਦੇ ਦੀ ਜਾਂ ਇੱਕ ਚੰਗੇ ਇਨਸਾਨ ਬਣਨ ਦੀ ਲੀਹ ਵਾਲੇ ਪਾਸੇ ਤੋਰ ਦਿਓਗੇ ਤਾਂ ਸਮਝੋ ਕਾਮਯਾਬ ਹੈ। ਬਾਕੀ ਤਾਂ ਬੋਨਸ ਹੈ। ਸੋ ਇਹ ਕੰਮ ਕਰਦੇ ਰਹਿਣਾ ਚਾਹੀਦਾ, ਗਿਣਤੀ 'ਚ ਨਹੀਂ ਪੈਣਾ ਚਾਹੀਦਾ ਮੈਂ ਕਿੰਨੇ ਕਦਮ ਤੁਰੇ ਹੈ। ਜੇ ਕਦਮ ਗਿਣ ਲੱਗ ਗਏ ਫਿਰ ਤੁਰਨਾ ਭੁੱਲ ਜੂਗੇ। ਸੋ ਤੁਰਨਾ ਚਾਲੂ ਰੱਖੋ, ਮੜਕ ਨਾਲ ਤੁਰਨਾ ਚਾਲੂ ਰੱਖੋ, ਔਰ ਉਹ ਆਪਦੇ ਆਪ 'ਚ ਤੁਹਾਨੂੰ ਪਤਾ ਹੋਵੇ ਕਿ ਮੇਰੇ ਜਿਹੜੇ ਕਰਮ ਨੇ ਇਹ ਗਲਤ ਨਹੀਂ ਗੇ, ਮੇਰੀ ਜ਼ਮੀਰ ਸਾਫ਼ ਹੈ, ਮੇਰੀ ਆਤਮਾ ਕਲੀਅਰ ਹੈ, ਜੋ ਮੈਂ ਕਰ ਰਿਹਾ। ਕਈ ਵਾਰੀ ਲੋਕ ਉਹਨੂੰ ਗਲਤ ਸਮਝ ਜਾਂਦੇ ਨੇ, ਸਮਝ ਹੀ ਜਾਣ ਦਿਓ ਯਾਰ। ਅਸੀਂ ਤਾਂ ਆਪਦੇ ਆਪ ਨਾਲ ਸਾਫ਼ ਹੈ ਨਾ, ਹਰ ਇੱਕ ਨੂੰ ਸੈਟਿਸਫਾਈ ਕਿੱਥੇ ਕਰ ਲਾਂਗੇ? ਮੈਂ ਕਿਹਾ ਰੱਬ ਨਹੀਂ ਕਰ ਪਾਇਆ, ਆਪਾਂ ਕਿੱਥੋਂ ਕਰ ਲਾਂਗੇ? ਰਾਈਟ, ਪੋਸੀਬਲ ਹੀ ਨਹੀਂ ਗਾ। ਅੱਛਾ ਮਾਧਵ, ਜਦੋਂ ਆਪਾਂ ਗੱਲ ਕਰੀਦੀ ਹੈ ਕਿ ਸਾਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਲਈ, ਆਪਣੇ ਬੱਚਿਆਂ ਦੇ ਲਈ ਜਾਂ ਸਾਡੇ ਭੈਣਾਂ ਭਰਾਵਾਂ ਦੇ ਲਈ, ਛੋਟਿਆਂ ਦੇ ਲਈ ਕੋਈ ਨਾ ਕੋਈ ਰਾਹ ਦਸੇਰੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਕੋਈ ਸੇਧ ਦੇਣੀ ਚਾਹੀਦੀ ਹੈ, ਤੁਸੀਂ ਕੀ ਮੰਨਦੇ ਹੋ ਸਾਡੇ ਰੈਫਰੈਂਸਿਸ ਕੌਣ ਹੋਣ ਜਾਂ ਰੈਫਰੈਂਸ ਕਿੱਥੋਂ ਲਈਏ ਸਾਡੇ ਲਈ? ਉਹ ਜੋ ਅੱਜ ਦੁਨੀਆ ਦੇ ਵਿੱਚ ਹੈ ਸਾਡੇ ਸਾਹਮਣੇ ਜੋ ਵਿਚਰ ਰਿਹਾ, ਉਹਦੇ ਆਲੇ ਦੁਆਲੇ ਉਹ ਆਪਣਾ ਮਾਈਂਡ ਸੈੱਟ ਤਿਆਰ ਕਰੀ ਬੈਠੇ ਆ, ਉਹਦੇ ਅਕੋਰਡਿੰਗਲੀ ਉਹਨਾਂ ਨੂੰ ਲੱਗਦਾ ਕਿ ਇੱਥੇ ਤੱਕ ਹੀ ਹੈ ਦਾਇਰਾ ਸਾਡਾ, ਪਰ ਫਿਰ ਸਾਡੇ ਉਹ ਰੈਫਰੈਂਸ ਜਾਂ ਐਗਜ਼ਾਮਪਲਸ ਜਾਂ ਉਹ ਆਧਾਰ ਕੀ ਲਿਆ ਜਾਵੇ ਸਾਡੇ ਲਈ? ਬਹੁਤ ਅੱਛੀ ਗੱਲ ਹੈ, ਆਹੀ ਮਸਲਾ ਹੈ। ਮੈਂ ਤੁਹਾਨੂੰ ਕਹਾਂ ਅੱਜ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਹੀ ਆ ਹੈ। ਸਾਡੇ ਬੱਚਿਆਂ ਦੇ ਜਾਂ ਤੁਸੀਂ ਕਹਿ ਲਓ 20 ਸਾਲਾਂ ਤੋਂ ਜਾਂ 30 ਸਾਲਾਂ ਤੋਂ ਖਾੜਕੂ ਲਹਿਰ ਤੋਂ ਬਾਅਦ ਤੋਂ ਸਾਡੇ ਹੀਰੋ ਬਦਲ ਗਏ। ਸਾਡੇ ਹੀਰੋ ਪਹਿਲਾਂ ਸਰਾਬੇ ਹਰੀ ਹੁੰਦੇ ਸੀਗੇ, ਹੁਣ ਸਾਡੇ ਹੀਰੋ ਹੋਰ ਹੋ ਗਏ ਨੇ। ਪਹਿਲਾਂ ਸਾਡੇ ਸੁਰ ਵਾਲੇ ਬੰਦੇ ਨੂੰ ਅਸੀਂ ਸੁਣਦੇ ਸੀਗੇ, ਯਾਰ ਸੁਰੀਲਾ ਬਹੁਤ ਹੈ, ਸ਼ਬਦ ਬੜੇ ਅੱਛੇ ਗਾਏ ਜਾਂਦੇ। ਅੱਜ ਸਾਡੇ ਬੇਸੁਰੇ ਸਿੰਗਰ ਸਾਡੇ ਸਭ ਤੋਂ ਵੱਡੇ ਸਿੰਗਰ ਨੇ, ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ, ਅਸੀਂ ਉਹਨਾਂ ਦੇ ਫੈਨ ਹੈ। ਜਿਨ੍ਹਾਂ ਨੂੰ ਕੁਛ ਲਿਖਣਾ ਨਹੀਂ ਆਉਂਦਾ ਉਹ ਲਿਟਰੇਰੀ ਨੇ ਸਾਡੇ ਲਈ, ਜਿਨ੍ਹਾਂ ਨੂੰ ਐਕਟਿੰਗ ਨਹੀਂ ਆਉਂਦੀ ਉਹ ਸਾਡੇ ਹੀਰੋ ਨੇ, ਜਿਨ੍ਹਾਂ ਨੇ ਕਰਪਸ਼ਨ ਨਾਲ ਢੇਰ ਲਾ ਲਏ ਉਹੋ ਜਿਹੇ ਅਸੀਂ ਪੋਲੀਟੀਸ਼ੀਅਨ ਬਣਨਾ ਚਾਹੁੰਦੇ ਹਾਂ। ਸੋ ਸਾਡੇ ਹੀਰੋ ਬਦਲ ਗਏ। ਹੀਰੋ ਦਾ ਪੈਮਾਨਾ ਅਸੀਂ ਬਦਲ ਕੇ ਇਹ ਕਰ ਲਿਆ ਕਿ ਜਿਹਦੀ ਕੋਠੀ ਵੱਡੀ, ਜਿਹਦਾ ਬੈਂਕ ਬੈਲੈਂਸ ਜ਼ਿਆਦਾ, ਜਿਹਦੀ ਗੱਡੀ ਕਮਾਲ ਦੀ, ਜਿਹਦੇ ਬ੍ਰੈਂਡਡ ਸੂਟ ਬੂਟ ਪਾਇਆ ਹੈ, ਉਹ ਵੱਡਾ ਹੈ। ਜਦ ਕਿ ਬੰਦਾ ਬਾਹਰੋਂ ਨਹੀਂ, ਬੰਦਾ ਅੰਦਰੋਂ ਵੱਡਾ ਹੁੰਦਾ ਹੈ। ਬੰਦਾ ਸੁਰ ਵਾਲਾ ਵਧੀਆ ਹੁੰਦਾ ਹੈ, ਗਾਉਣ ਵਾਲਾ, ਜਿਹਨੂੰ ਐਕਟ, ਅੱਜ ਦਿਲੀਪ ਸਾਹਿਬ ਗੁਜ਼ਰੇ ਨੇ ਕੁਛ ਦਿਨ ਪਹਿਲਾਂ, ਅੱਜ ਤੱਕ ਦੁਨੀਆ ਗੱਲ ਕਰ ਰਹੀ ਹੈ। ਕਿਉਂ? ਕਿਉਂਕਿ ਉਹ ਅੰਦਰੋਂ ਕਲਾਕਾਰ ਬਹੁਤ ਵੱਡੇ ਸੀ, ਉਹ ਐਕਟਰ ਸੀ, ਵਾਕਈ ਵਰਸਟਾਈਲ ਐਕਟਰ ਸੀ, ਜੋ ਗੰਗਾ ਵੀ ਬਣ ਸਕਦੇ ਸੀ, ਸਲੀਮ ਵੀ ਬਣ ਸਕਦੇ ਸੀ। ਸੋ ਜਿਹੜਾ ਬੰਦਾ ਜਿਸ ਕੰਮ ਦਾ ਮਾਹਿਰ ਹੋਵੇ, ਪਲੀਜ਼ ਬੱਚਿਆਂ ਨੂੰ ਉਹਦੇ ਵਾਲੇ ਪਾਸੇ ਲਾਓ। ਲੀਡਰ ਉਹ ਨਹੀਂ ਹੁੰਦਾ ਜੋ ਬੜੇ ਵਾਰੀ ਮੁੱਖ ਮੰਤਰੀ ਬਣ ਗਿਆ ਜਾਂ ਪ੍ਰਧਾਨ ਮੰਤਰੀ ਬਣ ਗਿਆ। ਲੀਡਰ ਉਹ ਹੁੰਦਾ ਹੈ ਜੋ 6 ਮਹੀਨੇ ਸਾਲ ਪਹਿਲਾਂ ਸਮਝ ਜੇ ਕਿ ਆਹ ਹੋਣ ਵਾਲਾ ਹੈ, ਔਰ ਲੋਕਾਂ ਦੀ ਲੀਡ ਕਰੇ ਉਸ ਤੋਂ ਬਚਾਉਣ ਲਈ ਜਾਂ ਉਹ ਚੰਗੇ ਕੰਮ ਵੱਲ ਲਿਜਾਣ ਲਈ। ਲੀਡਰ ਕੌਣ ਹੋ ਗਿਆ ਅੱਜ ਕੱਲ੍ਹ? ਜੋ ਮੌਕਾ ਪ੍ਰਸਤ ਹੈ, ਜਿਸ ਪਾਸੇ ਲੋਕ ਜਾਂਦੇ ਨੇ ਉਹਦੇ ਪਿੱਛੇ ਖੜਨ ਵਾਲਾ, ਉਹ ਲੀਡਰ ਨਹੀਂ ਹੁੰਦਾ। ਲੀਡਰ ਮੀਨ ਲੀਡ ਕਰਨ ਵਾਲਾ, ਲੀਡਰ। ਸੋ ਲੀਡ ਕਰਨ ਵਾਲੇ ਇਹ ਜਿਹੇ ਲੀਡਰਾਂ ਦਾ ਆਦਰਸ਼ ਬਣਾਓ। ਇਹ ਸਾਡੀ ਜੋ ਵੱਡੇ ਹੋ ਗਏ ਨੇ, ਜਿਨ੍ਹਾਂ ਦੇ ਬੱਚੇ ਵੀ ਵੱਡੇ ਹੋ ਰਹੇ ਨੇ, ਉਹਨਾਂ ਦੀ ਜ਼ਿੰਮੇਦਾਰੀ ਹੈ ਕਿ ਹਰ ਸ਼ੋਬੇ ਦਾ ਉਹ ਬੰਦਾ ਉਹਨਾਂ ਦਾ ਹੀਰੋ ਬਣੇ ਜੋ ਵਾਕਈ ਉਸ ਸ਼ੋਬੇ ਦਾ ਮਾਹਿਰ ਹੈ।
ਜਿਸ ਦਿਨ ਅਸੀਂ ਇਹ ਕਰ ਗਏ, ਉਹਨਾਂ ਦੇ ਹੀਰੋ, ਪਹਿਲਾਂ ਜ਼ਮਾਨਾ ਇੰਨਾ ਪੜ੍ਹਿਆ ਲਿਖਿਆ ਨਹੀਂ ਸੀ, ਪਰ ਸਾਡੇ ਹੀਰੋ ਉਹ ਹੁੰਦੇ ਸੀ। ਮੈਂ ਬਹੁਤ ਛੋਟੀ ਔਰ ਸਿੱਧੀ ਗੱਲ ਕਰਦਾ ਕਿ ਜਦੋਂ ਕਦੇ ਵੀ ਸਾਡੇ ਇਹ ਆਮ ਧਾਰਨਾ ਸੀ, ਕੋਈ ਵੀ ਬੀਬੀ ਮਾਂ ਬਣਨ ਵਾਲੀ ਹੁੰਦੀ ਤਾਂ ਉਹਦੇ ਸਾਹਮਣੇ ਭਗਤ ਸਿੰਘ, ਸਰਾਭੇ ਹਰੀ, ਗੁਰੂ ਸਾਹਿਬ, ਸਾਹਿਬਜ਼ਾਦੇ, ਇਹ ਫੋਟੋਆਂ ਲਾਈਆਂ ਜਾਂਦੀਆਂ ਸੀ ਕਿ ਬੱਚਾ ਇਹੋ ਜਿਹਾ ਹੋਵੇ। ਕੀ ਇਹ ਪ੍ਰਥਾ ਦਾ ਮਤਲਬ ਕੀ ਸੀਗਾ? ਅਸਲ ਮਤਲਬ ਆਹ ਗੱਲ ਦਾ ਸੀ ਕਿ ਅਸੀਂ ਉਹ ਗੱਲਾਂ, ਬੱਚਿਆਂ ਦੇ ਹੀਰੋ ਜਾਂ ਮਾਂ-ਬਾਪ ਦੇ ਹੀਰੋ ਹੁੰਦੇ ਸੀ ਉਹ ਲੋਕ, ਕਿ ਸਾਡੇ ਬੱਚੇ ਇਹੋ ਜਿਹੇ ਬਣ। ਅੱਜ ਕਿੰਨਾਂ ਦੀਆਂ ਫੋਟੋਆਂ ਲੱਗਦੀਆਂ ਨੇ, ਅੱਜ ਅਸੀਂ ਕਿੰਨਾਂ ਨੂੰ ਫੋਲੋ ਕਰਦੇ ਹਾਂ, ਕਿਹੜੇ ਗਾਣਿਆਂ ਨੂੰ ਸੁਣਦੇ ਹਾਂ, ਕਿਹੜੇ ਪੋਲੀਟੀਸ਼ੀਅਨਾਂ ਦੀਆਂ ਸਪੀਚਸ ਸੁਣਦੇ ਹਾਂ, ਜਾਂ ਉਹਨਾਂ ਨਾਲ ਵੀ ਨਹੀਂ ਹੈ ਕਿ ਐਬ ਜੇ ਬਣਨਾ ਹੈ। ਸਾਡਾ ਇਖਲਾਕ ਕੀ ਹੋ ਗਿਆ? ਦੇਖੋ, ਤੁਹਾਡੇ ਇੱਥੇ ਬੈਠੇ ਲੋਕ ਬੜੇ ਵਧੀਆ ਲੋਕ ਨੇ, ਬੜੀਆਂ ਫਰੀਡਮ ਦੀਆਂ ਵੀ ਗੱਲਾਂ ਕਰਦੇ ਨੇ, ਪਰ ਕਦੇ ਕਦੇ ਇਹੋ ਜਿਹਾ ਨਿਗੂਣਾਪਣ ਮੈਂ ਉਹਨਾਂ 'ਚ ਵੀ ਵੇਖਦਾ ਜਿਹੜੇ ਲੋਕਾਂ ਨੂੰ ਗਾਲਾਂ ਕੱਢ ਰਹੇ ਹੁੰਦੇ ਨੇ। ਜਦ ਕਦੇ ਨਜ਼ਰ ਆ ਜਾਣ ਪੰਜਾਬ 'ਚ ਉਹਨਾਂ ਦੇ ਕੋਲੇ, ਜਾਂ ਉਹ ਬੰਦਾ ਕਿਤੇ ਬਾਹਰ ਆ ਜੇ, ਫੋਟੋਆਂ ਖਿਚਾਉਣ ਨੂੰ ਪਤੰਦਰ ਉਹ ਵੀ ਤੁਰੇ ਫਿਰਦੇ ਨੇ ਕੋਲੇ। ਕਹਿਣੀ ਤੇ ਕਰਨੀ 'ਚ ਫਰਕ ਮਿਟਾ ਦੇ। ਹਿਪੋਕ੍ਰਿਟਿਕ ਜੀ ਅਪਰੋਚ ਆ ਸਾਡੀ ਡਬਲ ਸਟੈਂਡਰਡਸ ਲਈ ਫਿਰਦੇ ਬਹੁਤ। ਤੁਹਾਡੇ ਕੋਲੇ ਇੱਥੇ ਬਹਿ ਕੇ ਉਹਨਾਂ ਸਿੰਗਰਾਂ ਨੂੰ ਨਿੰਦ ਕੇ ਜਾਣਗੇ, ਆਪਦੇ ਘਰੇ ਵਿਆਹ ਤੇ ਜਾਂ ਕਿਤੇ ਕੋਈ ਪਾਰਟੀ 'ਚ ਉਹਨਾਂ ਗਾਣਿਆਂ ਤੇ ਨੱਚ ਰਹੇ ਹੁੰਦੇ ਨੇ। ਦੂਜੇ ਨੂੰ ਕਹਿਣਾ, ਉਹ ਵਾਲੀ ਗੱਲ ਨਾ ਪੁਰਾਣੀ ਗੱਲ ਹੋ ਗਈ, ਭਗਤ ਸਿੰਘ ਦੂਜੇ ਦੇ ਘਰੇ ਪੈਦਾ ਹੋਵੇ। ਅਸੀਂ ਅਸਲ 'ਚ ਕੀ ਹੈ, ਗੱਲ ਕਹਿੰਦੇ ਕੁਛ ਆ, ਇਹ ਹਿਪੋਕ੍ਰੇਟੀ ਜਿਹੜੀ ਹੈ, ਹਿਪੋਕ੍ਰੇਟ ਹੋ ਗਿਆ ਨਾ ਅਸੀਂ, ਟੂ ਮੱਚ ਹਿਪੋਕ੍ਰੇਟ। ਪਹਿਲਾਂ ਤਾਂ ਕੋਈ ਪੋਲੀਟੀਸ਼ੀਅਨ ਹੁੰਦਾ ਸੀ, ਕੋਈ ਚਾਲੂ ਬੰਦੇ ਆਏ ਹੁੰਦੇ ਸੀ, ਹੁਣ ਤਾਂ ਹਰ ਬੰਦਾ ਹੀ ਆਏ ਹੋਇਆ ਫਿਰਦਾ। ਮੈਨੂੰ ਪੁੱਛਣ ਲੱਗ ਗਿਆ ਅੱਜ ਹੀ ਕੋਈ ਬੰਦਾ ਸੀ, ਪੋਲੀਟੀਸ਼ੀਅਨ ਸੀ, ਮੈਨੂੰ ਆਂਦਾ ਜੀ ਮੈਂ ਕੀ ਕਰਾਂ। ਮੈਂ ਕਿਹਾ ਗੱਲ ਸੁਣ, ਉਹ ਬੰਬਈਆ ਬਾਬੂ ਵਾਲੀ ਇੱਕ ਗੱਲ ਹੁੰਦੀ ਸੀ ਨਾ ਕਿ ਕੋਈ ਬੰਦਾ ਤੇਜ਼ ਹੁੰਦਾ ਸੀ, ਅੱਜ ਕੱਲ੍ਹ ਸਾਰੇ ਤੇਜ਼ ਆ, ਸੋ ਤੂੰ ਸਿੱਧਾ ਚੱਲੀ। ਜਦੋਂ ਸਾਰੇ ਤੇਜ਼ ਹੋਣ, ਉਹਦੇ ਸਿੱਧਾ ਚੱਲਣਾ ਸ਼ੁਰੂ ਕਰ ਦਿਓ, ਤੁਹਾਡੇ ਵੱਲ ਜ਼ਿਆਦਾ ਬੈਟਰ ਹੋ ਜਾਊਗਾ। ਸੋ ਇਹ ਕਰਨਾ ਚਾਹੀਦਾ ਅੱਜ ਦੀ ਡੇਟ 'ਚ। ਰਾਈਟ। ਐਕਚੁਅਲੀ ਤੁਸੀਂ ਮੇਰਾ ਸਵਾਲ ਜਿਹੜਾ ਮੈਂ ਪੁੱਛਣ ਲੱਗਿਆ ਉਹ ਕਰ ਹੀ ਦਿੱਤਾ। ਫਿਰ ਅਸੀਂ ਹੁਣ ਕਿਸੇ ਹੋਰ ਪਲੈਨਟ ਤੋਂ ਤਾਂ ਰੈਫਰੈਂਸ ਲੈਣ ਜਾਣਾ ਨਹੀਂ ਜੀ, ਸਾਨੂੰ ਲੈਣੇ ਤਾਂ ਇੱਥੋਂ ਹੀ ਪੈਣੇ ਆ, ਇੱਥੋਂ ਹੀ ਸਾਨੂੰ ਉਹ ਹੀਰੋ ਲੱਭਣੇ ਪੈਣੇ ਆ, ਇੱਥੋਂ ਹੀ ਸਾਨੂੰ ਉਹ ਜਿਹੜੇ ਲੀਡਰ ਲੱਭਣੇ ਪੈਣੇ ਆ। ਪਰ ਕੀ ਉਹਨਾਂ ਦੀ ਪ੍ਰੋਗਰਾਮਿੰਗ, ਮੈਂ ਕਈ ਵਾਰੀ ਵਰਡ ਇੱਕ ਯੂਜ਼ ਕਰਦਾ ਰਹਿੰਦਾ, ਰਿਪੀਟ ਕਰਦਾ, ਕਿ ਸਾਡੀ ਪ੍ਰੋਗਰਾਮਿੰਗ ਇੱਦਾਂ ਦੀ ਹੋ ਗਈ ਹੈ ਕਿ ਸਾਡਾ ਵੱਸ ਨਹੀਂ ਚੱਲਦਾ, ਬੱਚਿਆਂ ਦਾ ਵੱਸ ਨਹੀਂ ਚੱਲਦਾ, ਪੇਰੈਂਟਸ ਦਾ ਵੱਸ ਨਹੀਂ ਚੱਲਦਾ, ਸੁਸਾਇਟੀ ਦਾ ਕਿਸੇ ਵੀ ਰੂਪ ਦੇ ਵਿੱਚ। ਉਹ ਕਿਉਂਕਿ ਉਹਨਾਂ ਨੂੰ ਤਿਆਰ ਹੀ ਇਸ ਤਰ੍ਹਾਂ ਕੀਤਾ ਗਿਆ ਜਦੋਂ ਤੋਂ ਸ਼ੁਰੂ ਹੋਏ ਨੇ ਉਹਨਾਂ ਦੀ ਲਾਈਫ, ਉਹ ਪ੍ਰੋਗਰਾਮਿੰਗ ਇੱਦਾਂ ਦੀ ਹੋ ਗਈ, ਉਹਨੂੰ ਫਿਰ ਓਵਰਨਾਈਟ ਕਿੱਦਾਂ ਟਰਨ ਕਰ ਦਿਆਂਗੇ? ਬਿਲਕੁਲ ਨਹੀਂ ਹੋ ਸਕਦੇ। ਪ੍ਰੋਗਰਾਮਿੰਗ ਬੱਚਿਆਂ ਨੂੰ ਉਸ ਕੰਮ ਲਈ ਤਿਆਰ ਕਰਨਾ ਓਵਰਨਾਈਟ, ਤਾਂ ਗੱਲ ਆਪਣੇ ਆਪ 'ਚ ਹੀ ਖਤਮ ਹੋ ਗਈ ਜੀ। ਇਹ ਤਾਂ ਤੁਸੀਂ ਸੋਚੋ, ਮੈਂ ਤੁਹਾਨੂੰ ਇੱਥੇ ਪੰਜਾਬ 'ਚ ਕਈ ਵਾਰੀ ਮੈਂ ਗੱਲ ਕਰਦਾ ਹੁੰਦਾ, ਹਿੰਦੁਸਤਾਨ 'ਚ ਗੱਲ ਬਹੁਤ ਆਮ ਹੈ, ਤੁਹਾਡੇ ਵੀ ਸ਼ਾਇਦ ਹੋਊਗੀ, ਆਪਣੀ ਸੁਸਾਇਟੀ ਤਾਂ ਸੇਮ ਹੀ ਹੈ। ਹਾਂਜੀ। ਬੱਚੇ ਛੋਟੇ ਜਿਹੇ ਹੁੰਦੇ, ਅਸੀਂ ਉਹਨਾਂ ਦੇ ਸਾਹਮਣੇ ਫੋਨ ਫੜਿਆ ਹੁੰਦਾ, ਹਾਂ ਮੈਂ ਆ ਗਿਆ, ਮੈਂ ਗੱਡੀ 'ਚ ਬੈਠਾ ਹੋਇਆ, ਬਸ ਅੱਧੇ ਘੰਟੇ 'ਚ ਪਹੁੰਚ ਗਿਆ, ਜਦ ਕਿ ਅਸੀਂ ਘਰੇ ਬੈਠੇ ਹੁੰਦੇ ਹਾਂ ਜੀ। ਬੱਚਾ ਸਾਡਾ ਇਹ ਗੱਲ ਸਾਡੀ ਸੁਣ ਰਿਹਾ ਹੁੰਦਾ। ਅਸੀਂ ਇਹਨਾਂ ਗੱਲਾਂ ਤੋਂ ਵਾਕਿਫ ਨਹੀਂ ਗਏ, ਬਟ ਬੱਚੇ ਦਾ ਮਾਈਂਡ ਸੈਟ ਇਹਨਾਂ ਗੱਲਾਂ ਨਾਲ ਹੀ ਬਣਦਾ ਹੈ। ਤੇਰੀ ਭੂਆ ਨੇ ਕੀ ਕਿਹਾ ਸੀ ਪੁੱਤ, ਤੂੰ ਉੱਥੇ ਕੋਲੇ ਬੈਠਾ ਸੀ ਉਦੋਂ ਜਾਂ ਬੈਠੀ ਸੀ। ਬੱਚੇ ਨੂੰ ਅਸੀਂ ਇਹ ਵੀ ਸਿਖਾਉਣਾ ਸ਼ੁਰੂ ਕਰ ਦਿੰਦੇ ਕਿ ਦੈਟਸ ਕਾਲ ਚੁਗਲੀਆਂ, ਜਾਂ ਇਹ ਗੱਲਾਂ ਕਿਸੇ ਦੀ ਗੱਲ ਕਿਵੇਂ ਸੁਣਨੀ ਹੈ। ਅਸੀਂ ਬੱਚੇ ਦੀ ਪਰਵਰਿਸ਼ ਕਿੰਨਾਂ ਗੱਲਾਂ ਨਾਲ ਕਰ ਰਹੇ ਹਾਂ। ਪਹਿਲਾਂ ਤਾਂ ਉਹਦੇ ਸਾਹਮਣੇ ਝੂਠ ਬੋਲੀ ਜਾਂਦੇ ਸਾਰਾ ਦਿਨ, ਫਿਰ ਇੱਕ ਦੂਜੇ ਬਾਰੇ ਜੋ ਇਹੋ ਜਿਹੀਆਂ ਗੱਲਾਂ ਹੁੰਦੀਆਂ ਘਰਾਂ ਦੀਆਂ ਉਹ ਕਰੀ ਜਾਂਦੇ ਰਹਿੰਦੇ ਆ। ਫਿਰ ਅਸੀਂ ਜਿਵੇਂ ਮੰਨ ਲਓ ਤੁਹਾਡੇ ਇੱਥੇ ਗੁਰੂ ਘਰ ਗਏ, ਉੱਥੇ ਕੋਈ ਚਿੱਤਰੋ ਚਿੱਤਰੀ ਹੋ ਗਿਆ, ਜਾਂ ਇੱਥੇ ਸਾਡੇ ਹੋ ਗਏ, ਫਿਰ ਅਸੀਂ ਗਾਲਾਂ ਕੱਢੀ ਜਾਂਦੇ ਸਾਰਾ ਦਿਨ ਮੀਡੀਆ ਦੇ ਉੱਤੇ, ਚੈਟਸ ਸਾਡੀਆਂ ਕੀ ਹੋ ਰਹੀਆਂ ਨੇ, ਮੈਸੇਜ ਕਿਹੋ ਜਿਹੇ। ਤੁਸੀਂ ਆਹ ਮੈਸੇਜ ਹੀ ਪੜ੍ਹ ਲਓ। ਆ ਜਿਹੜੇ ਕਿਸੇ ਦੇ ਵੀ ਬਾਰੇ ਕੋਈ ਗਲਤ ਬੰਦਾ ਵੀ ਹੋਵੇ, ਮੈਂ ਨਾ ਕਿਸੇ ਦੀ ਗਲਤ ਗੱਲ ਵੀ ਹੈ ਯਾਰ, ਉਹਨੂੰ ਬਕਵਾਸ ਕਹਿ ਦਿਓ। ਉਹ ਕਿੱਡੀਆਂ ਮੋਟੀਆਂ ਪਤੰਦਰ ਕੀ ਗਾਲਾਂ ਲਿਖ ਕੇ ਉਹਦੇ ਨਾਲ ਕੀ ਸੋਲਵ ਕਰ ਲੈਂਦੇ ਨੇ ਪਬਲਿਕ ਡੋਮੇਨ ਔਰ ਪਬਲਿਕ ਡੋਮੇਨ ਦੇ ਉੱਤੇ। ਪਬਲਿਕ ਡੋਮੇਨ ਤੇ ਮੈਨੂੰ ਨਾ ਕਿਸੇ ਨੇ, ਇੱਕ ਮੇਰੇ ਦੋਸਤ ਨੇ ਇੱਥੇ ਮਿਸਟਰ ਸਿੱਧੂ, ਬੜੀ ਸੋਹਣੀ ਗੱਲ ਕਹੀ ਉਹਨਾਂ ਨੇ ਮੈਨੂੰ। ਉਹਦੇ ਇੱਕ ਟਾਈਮ ਤੇ ਕਿਸੇ ਬਾਰੇ ਜਾਣਨਾ ਹੁੰਦਾ ਸੀ ਨਾ, ਤਾਂ ਕੋਈ ਹਰ ਬੰਦਾ ਤਾਂ ਮਸ਼ਹੂਰ ਹੁੰਦਾ ਨਹੀਂ ਸੀਗਾ, ਸੋ ਉਹਦੇ ਬਾਰੇ ਜਾਣਨ ਲਈ ਆਪਾਂ ਖੱਬਿਓਂ ਸੱਜਿਓਂ 70 ਜਗ੍ਹਾ ਤੋਂ ਪਤਾ ਕਰਦੇ ਸੀ, ਗਵਾਂਢੀਆਂ ਤੋਂ, ਦੋਸਤਾਂ ਤੋਂ, ਯਾਰ ਬੰਦਾ ਕਿਹੋ ਜਿਹਾ। ਅੱਜ ਕੱਲ੍ਹ ਇਹਦੀ ਕੋਈ ਜ਼ਰੂਰਤ ਨਹੀਂ। ਅੱਜ ਕੱਲ੍ਹ ਉਹਦੇ ਸੋਸ਼ਲ ਮੀਡੀਆ ਦੇ ਸਟੇਟਸ ਤੇ ਚਲੇ ਜਾਓ, ਕਿਹਨਾਂ ਨੂੰ ਸ਼ੇਅਰ ਕਰ ਰਿਹਾ, ਜਾਂ ਖੁਦ ਕੀ ਲਿਖ ਰਿਹਾ, ਜਾਂ ਉਹ ਦੂਜਿਆਂ ਤੇ ਕਮੈਂਟ ਕੀ ਕਰ ਰਿਹਾ, ਤੁਹਾਨੂੰ ਪਤਾ ਲੱਗ ਜੂ ਇਹ ਬੰਦੇ ਦਾ ਲੈਵਲ ਕੀ ਹੈ। ਮੈਂ 10 ਸਾਲ ਤੱਕ ਦਲੀਪ ਸਾਹਿਬ ਨਾਲ ਰਿਹਾ ਹਰਜਿੰਦਰ, ਮੈਂ ਉਹਨਾਂ ਦੇ ਮੂੰਹ ਤੋਂ ਇੱਕ ਸਾਲਾ ਵਰਡ ਨਹੀਂ ਸੁਣਿਆ। ਸਾਲਾ ਹੋਰ ਤਾਂ ਛੱਡੋ, 18 ਲੈਂਗੁਏਜ ਜਾਣਦੇ ਸੀ, ਇੱਕ ਮਿਆਰੀ ਤੇ ਕਾਇਦੇ ਦੀ ਗੱਲਬਾਤ ਹੋਣੀ ਹਮੇਸ਼ਾ, ਜਦਕਿ ਇਹ ਨਹੀਂ ਕਿ ਉਹ ਅਨਨੈਚੁਰਲ, ਵੈਰੀ ਨੈਚੁਰਲ, ਲੇਕਿਨ ਉਹ ਉਹਨਾਂ ਦੀ ਜ਼ਿੰਦਗੀ ਦਾ ਮਾਮੂਲ ਹੋਵੇ ਸੀ।
ਕੀ ਹੁੰਦਾ ਆਪਣੇ ਆਪ ਨੂੰ ਥੋੜਾ ਜਿਹਾ ਬੈਟਰ। ਅਸਲ 'ਚ ਕੀ ਅਸੀਂ ਖੂਬੀਆਂ ਨਾ ਭਾਲੀਏ, ਅਸੀਂ ਆਪਦੇ ਚੋਂ ਗਲਤੀਆਂ ਮਿਨੀਮਾਈਜ਼ ਕਰਦੇ ਜਾਈਏ। ਔਰ ਸਭ ਤੋਂ ਪਹਿਲਾਂ ਦੇਖੋ ਇਹ ਪ੍ਰੋਗਰਾਮਿੰਗ ਥੋਥੋਂ ਸ਼ੁਰੂ ਹੁੰਦੀ ਹੈ ਜੀ। ਤੁਹਾਡੇ ਬੱਚੇ ਦੀ ਪ੍ਰੋਗਰਾਮਿੰਗ ਤਾਂ ਹੀ ਅੱਛੀ ਹੋਊਗੀ ਜਦੋਂ ਤੁਸੀਂ ਉਹਦੇ ਸਾਹਮਣੇ ਖੁਦ ਅੱਛੀ ਤਰ੍ਹਾਂ ਨਾਲ ਪੇਸ਼ ਆਓਗੇ। ਫਿਰ ਤੁਹਾਡਾ ਨੇੜੇ ਤੇੜੇ ਦਾ, ਤੁਹਾਡਾ ਪਰਿਵਾਰ, ਫਿਰ ਤੁਹਾਡੀ ਸੁਸਾਇਟੀ, ਫਿਰ ਅੱਗੇ ਇਹ ਸਾਰੀਆਂ ਚੀਜ਼ਾਂ ਐਂ ਹੀ ਸ਼ੁਰੂ ਹੋਣਗੀਆਂ। ਐਂ ਕਰਨਾ ਪਊਗਾ ਚੰਗਾ ਕਰ। ਜਦੋਂ ਕੋਈ ਬਹੁਤ ਸਾਰੀ ਚੀਜ਼ ਦੇਖੋ ਕੀ ਹੈ, ਹੁਕਮ 'ਚ ਹੈ। ਅਸੀਂ ਤਾਂ ਸਿੱਖ ਧਰਮ 'ਚ ਮੰਨਦੇ ਹਾਂ ਹੁਕਮ 'ਚ ਹੈ। ਜਪਜੀ ਸਾਹਿਬ ਸਾਰਾ ਹੀ ਹੁਕਮ 'ਚ ਲਿਖਿਆ ਗਿਆ। ਹੋਣਾ ਉਹੀ ਹੈ ਜੋ ਹੋਣਾ, ਹੋ ਕੇ ਰਹੂਗਾ। ਬਟ ਯਾਰ ਅਸੀਂ ਆਪਦੇ ਕਰਮ ਵੱਲੋਂ ਤਾਂ ਸਹੀ ਰਹੀਏ ਨਾ ਜੀ। ਆਪਾਂ ਜੋ ਕਰ ਸਕਦੇ ਹਾਂ ਉਹ ਕਰੀਏ। ਅੱਗੇ ਜੇ ਕੋਈ ਪਰਲੋ ਪੁਰਲੋ ਲਿਖੀ ਹੈ ਜਾਂ ਕਿਆਮਤ ਕਹਿ ਦਿੰਦੇ, ਜੋ ਵੀ ਇਹ ਹੋਣਾ ਉਹ ਤਾਂ ਹੋਣਾ ਹੀ ਹੈ। ਪਰ ਅਸੀਂ ਆਪਦੇ ਵੱਲੋਂ ਤਾਂ ਕੁਛ ਚੰਗਾ ਕਰੀ ਜਾਈਏ। ਜੇ ਅਸੀਂ ਆਪ ਹੀ ਨਹੀਂ ਚੰਗਾ ਕਰਦੇ ਫਿਰ ਅਸੀਂ ਕੀ ਉਮੀਦ। ਅਸੀਂ ਕਿਸੇ ਨੂੰ ਕਹਿਣ ਦਾ ਹੱਕ ਉਦੋਂ ਰੱਖਦੇ ਹਾਂ ਤੂੰ ਸਹੀ ਕਰ ਜਦੋਂ ਅਸੀਂ ਆਪ ਸਹੀ ਹੋਈਏ। ਜਦ ਕਿ ਹੋ ਕੀ ਰਿਹਾ, ਹਰ ਇੱਕ ਨੂੰ ਉਂਗਲ ਚੱਕ ਕੇ ਦੂਜੇ ਵੱਲ ਕਹਿਣ ਦਾ ਮੌਕਾ ਮਿਲ ਗਿਆ ਸੋਸ਼ਲ ਮੀਡੀਆ ਕਰਕੇ ਜਾਂ ਕਿਸੇ ਵੀ ਗੱਲ ਕਰਕੇ। ਤੂੰ ਆਹ ਕਰਦਾ ਹੈ, ਜਦੋਂ ਉਹਨੂੰ ਖੁਦ ਪੁੱਛੋ ਤਾਂ ਕਿਸੇ ਵੀ ਗੱਲ ਦੇ ਕਾਬਲ ਨਹੀਂ ਹੁੰਦਾ ਬੰਦਾ, ਕਿਸੇ ਵੀ ਗੱਲ ਦੇ। ਬਸ ਇਹਨੂੰ ਮਾੜਾ ਜਿਹਾ ਸੁਧਾਰ ਲਓ। ਜੇ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਤੂੰ ਆਹ ਗੱਲ ਨਹੀਂ ਕਰਨੀ ਭਾਈ, ਤਾਂ ਪਹਿਲਾਂ ਮੈਂ ਤਾਂ ਉਹ ਗੱਲ ਨੂੰ ਮਨਾ ਕਰਕੇ ਚੱਲਾਂ ਕਿ ਮੈਂ ਨਹੀਂ ਕਰਨੀ ਗੀ। ਦਿਸ ਇਜ਼ ਡਿਫਰੈਂਸ। ਮਤਲਬ ਆਪਣੇ ਨਾਲ ਲਗਾਤਾਰ ਹੀ ਵੈਸੇ ਕਾਲਸ ਹੋਲਡ ਤੇ ਵੀ ਨੇ ਤੇ ਬਾਰ-ਬਾਰ ਆ, ਜੇ ਮਾਈਂਡ ਨਾ ਕਰੋ ਤਾਂ ਆਪਾਂ 2-3 ਕਾਲਸ ਲੈ ਲਈਏ। ਨਹੀਂ ਕੋਈ ਪ੍ਰੋਬਲਮ ਨਹੀਂ ਮੈਨੂੰ ਤਾਂ। ਮੈਂ ਤਾਂ ਹਮੇਸ਼ਾ ਨਾ ਹੁੰਦਾ ਕੈਨੇਡਾ ਆ ਕੇ ਮੈਨੂੰ ਆਪਦੇ ਪਿੰਡ ਘਰ ਤੋਂ ਵੀ ਜ਼ਿਆਦਾ ਐਂ ਲੱਗਦਾ ਮੈਂ ਆਪਣਿਆਂ 'ਚ ਆ ਗਿਆ। ਤੇ ਮੈਨੂੰ ਤਾਂ ਗੱਲਾਂ ਕਰਕੇ ਬੜੀ ਖੁਸ਼ੀ ਹੋ ਗਈ। ਕਿਸੇ ਨੂੰ ਪਲੀਜ਼ ਲਓ ਜੀ। ਸੋ ਦੋਸਤੋ ਆਪਾਂ 5-4 ਕਾਲਸ ਹੀ ਲਵਾਂਗੇ, ਜ਼ਿਆਦੀਆਂ ਨਹੀਂ, ਪਰ ਕੋਸ਼ਿਸ਼ ਕਰਿਓ ਵੀ ਟੂ ਦ ਪੁਆਇੰਟ ਰੱਖਿਓ ਗੱਲਬਾਤ ਔਰ ਵਿਸ਼ੇ ਦੇ ਮੁਤਾਬਕ ਰੱਖਿਓ। ਆਪਾਂ ਕਿਤੇ ਇਹ ਨਾ ਹੋਵੇ ਵੀ ਅਸੀਂ ਕਿਸੇ ਪਾਸੇ ਨੂੰ ਜਾ ਰਹੇ ਹਾਂ ਤੇ ਤੁਸੀਂ ਕਿਸੇ ਹੋਰ ਪਾਸੇ ਨਾ ਲੈ ਜਾਓ। ਪਲੀਜ਼ ਇੰਨਾ ਕੁ ਰੱਖਿਓ ਖਿਆਲ। ਬਾਕੀ ਸਾਰਿਆਂ ਦਾ ਸਵਾਗਤ ਹੈ ਜੀ। 905-601-1350 ਦੇ ਉੱਤੇ ਆਪਾਂ ਗੱਲਬਾਤ ਕਰ ਸਕਦੇ ਹਾਂ। ਤੁਸੀਂ ਸਾਨੂੰ ਕਾਲ ਕਰ ਲਿਓ। ਅਮਿਤੋਜ ਮਾਨ ਸਾਹਿਬ ਸਾਡੇ ਨਾਲ ਨੇ ਇਸ ਵੇਲੇ। ਦਿਲਬਾਗ ਸਿੱਧੂ ਸਾਹਿਬ ਨੇ ਸਾਡੇ ਨਾਲ। ਦਿਲਬਾਗ ਜੀ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ। ਰਜਿੰਦਰ ਜੀ ਬਾਈ ਜੀ ਮੇਰਾ ਤਾਂ ਸਵਾਲ ਨਵਜੋਤ ਸਿੱਧੂ ਬਾਰੇ ਹੈ ਜੀ। ਹਾਂਜੀ ਬਾਈ ਜੀ ਤੋਂ ਪੁੱਛਣਾ ਕਿਉਂਕਿ ਇਹਨਾਂ ਦੀ ਜਾਣਕਾਰੀ ਬੜੀ ਹੈ ਜੀ। ਕਿਉਂਕਿ ਜੀ ਵੀ ਮੇਰੀ ਸ਼ੰਕਾ ਹੈ ਜੀ, ਕਿਉਂਕਿ ਦੇਖੋ ਜੀ ਮੋਦੀ ਨੇ ਨਾਅਰਾ ਲਾਇਆ ਜੀ, ਕਹਿੰਦਾ ਵੀ ਬੁਲਟ ਟ੍ਰੇਨ ਤੇ ਬਿਠਾਊਂਗਾ ਜੀ। ਉਹਨੇ ਸਾਨੂੰ ਬੁਲਟ ਤੇ ਬੈਠਣ ਜੋਗਰਾ ਵੀ ਨਹੀਂ ਛੱਡਿਆ ਜੀ। ਫਿਰ ਉਹ ਕਹਿੰਦਾ ਵੀ 80 ਦਿਨ ਆਉਣਗੇ ਜੀ ਤੇ ਕਿਸਾਨ ਬੈਠੇ ਨੇ 7 ਮਹੀਨੇ ਦੇ, ਕਹਿੰਦੇ ਸਾਨੂੰ ਮਾੜੇ ਦੇਣੀ ਮੋੜ ਦੋ। ਓ ਮਾਈ ਗॉड, ਇੱਕ ਸੈਕਿੰਡ ਹੋਲਡ ਕਰੋ, ਇੱਕ ਸੈਕਿੰਡ ਲਈ ਹੋਲਡ ਕਰੋ ਜੀ। ਹੋਲਡ ਕਰੋ ਸਿੱਧੂ ਸਾਹਿਬ ਤੁਸੀਂ। ਓ ਮਾਈ ਗॉड ਭਾਜੀ, ਵੈਸੇ ਗੱਲ ਬਾਈ ਨੇ ਬਹੁਤ ਵੱਡੀ ਕਹਿ ਦਿੱਤੀ ਹੈ ਦੋ ਸਤਰਾਂ ਦੇ ਵਿੱਚ ਹੀ ਵੀ ਅੱਛੇ ਦਿਨ ਤਾਂ ਕੀ ਦੇਣੇ, ਕਹਿੰਦੇ ਮਾੜੇ ਹੀ ਮੋੜ ਦਿਓ। ਇੱਕ ਕਹਿੰਦੇ ਵੀ ਬੁਲਟ ਟ੍ਰੇਨ ਤਾਂ ਕੀ ਦੇਣੀ, ਵੀ ਬੁਲਟ ਤੇ ਬਹਿਣ ਜੋਗੇ ਵੀ ਨਹੀਂ ਛੱਡਿਆ। ਬਹੁਤ ਵੱਡੀ ਗੱਲ। ਬਾਦਲ ਸਾਹਿਬ ਨੇ ਨਾਅਰਾ ਲਾਇਆ ਜੀ, ਹਾਂਜੀ, ਕਹਿੰਦਾ ਪੰਜਾਬ ਨੂੰ ਮੈਂ ਕੈਲੀਫੋਰਨੀਆ ਬਣਾਉਣਾ ਜੀ। ਹਾਂਜੀ, ਕੈਲੀਫੋਰਨੀਆ ਬਣਦਾ ਜੀ ਬਿਲਡਿੰਗਾਂ ਨਾਲ ਜੀ, ਜਿੱਥੇ ਬਿਲਡਿੰਗਾਂ ਜ਼ਿਆਦਾ ਨੇ ਜੀ, ਅਪਾਰਟਮੈਂਟ ਨੇ ਜੀ। ਤੇ ਬਾਦਲ ਸਾਹਿਬ ਨੇ ਜੀ ਬਰੇਤੀ ਵੀ ਮਠਿਆਈ ਵਾਲੇ ਡੱਬਿਆਂ 'ਚ ਵਿਕਣ ਲਾਤੀ ਜੀ। ਹਾਂ ਉਹਨੇ ਵੀ ਦੇਖੋ ਜੀ ਝੂਠ ਮਾਰ ਕੇ ਆ ਗਿਆ ਜੀ, ਕਹਿੰਦਾ ਪੰਜਾਬ ਨੂੰ ਕੈਲੀਫੋਰਨੀਆ। ਫਿਰ ਆ ਗਿਆ ਕੈਪਟਨ ਸਾਹਿਬ ਜੀ। ਹਾਂਜੀ, ਕੈਪਟਨ ਸਾਹਿਬ ਕਹਿੰਦਾ ਜੀ ਘਰ ਘਰ ਨੌਕਰੀ, ਸਭ ਦਾ ਕਰਜ਼ਾ ਮਾਫ। ਤੇ ਜਦੋਂ ਜਿੱਤ ਗਿਆ ਜੀ ਕਹਿੰਦਾ ਰੂਸਾ ਤੁਹਾਡੀ ਚਾਚੀ, ਸਾਰੇ ਵਾਅਦੇ ਸਾਫ਼। ਉਹ ਵੀ ਮੁੱਕਰ ਗਿਆ ਜੀ। ਹੁਣ ਕਹਿੰਦੇ ਜੀ ਕੈਪਟਨ ਲਾਊ ਅਕਾਲੀ ਦਲ ਤੇ ਚੌਕੇ ਸਿੱਕੇ ਜੀ। ਹਾਂਜੀ, ਮੈਨੂੰ ਐਂ ਲੱਗਦਾ ਵੀ ਕਿਤੇ ਚੌਕਾ ਸਿੱਕਾ ਜੀ ਗੇਂਦ ਵਾਂਗੂ ਕਿਤੇ ਗਰਾਊਂਡ ਤੋਂ ਬਾਹਰ ਨਾ ਵਗ ਜੇ ਜੀ, ਲੋਕਾਂ ਨੂੰ ਵੀ ਘਰਾਂ ਤੋਂ ਬਾਹਰ ਛੱਡਦੇ ਜੀ। ਹੁਣ ਸਿੱਧੂ ਲਾਊਗਾ। ਸਿੱਧੂ ਸਾਹਿਬ ਬਸ ਇੱਕੋ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਨਾਅਰਿਆਂ ਦੇ ਪਿੱਛੇ ਨਹੀਂ ਜਾਣਾ। ਨਾਅਰੇ ਆ ਨਾ ਜਿਹੜੇ ਬਾਈ ਜੀ, ਨਾਅਰੇ ਧੋਖਾ ਹੁੰਦੇ। ਹਾਂਜੀ, ਮੈਂ ਕਿਹਾ ਜੀ ਕਿਤੇ ਨਾਅਰੇ ਆਈ ਨਾ ਹੁਣ ਜੇ ਕਿ ਚੌਕੇ ਸਿੱਕੇ ਲਾਊ ਜੀ, ਕਿਤੇ ਗੇਂਦ ਵਾਂਗੂ ਬਾਹਰ ਮਾਰੇ। ਬਿਲਕੁਲ ਸਿੱਧੂ ਸਾਹਿਬ, ਮੈਂ ਇਸੇ ਲਈ ਕਹਿ ਰਿਹਾ ਕਿ ਨਾਅਰਿਆਂ ਦੇ ਪਿੱਛੇ ਨਹੀਂ ਜਾਣਾ। ਮੈਂ ਤਾਂ ਮੈਥੋਂ ਅੱਜ ਤੋਂ ਉਦੋਂ 9ਵੀਂ ਪਾਤਸ਼ਾਹੀ ਦਾ ਮੈਨੂੰ ਲੱਗਦਾ ਜਨਮ ਦਿਹਾੜਾ ਜਾਂ ਸ਼ਹੀਦੀ ਦਿਹਾੜਾ ਸੀ, ਜਿੱਦਣ ਮੇਰੇ ਨਾਲ ਇਹ ਗੱਲ ਕਿਸੇ ਨੇ ਕੀਤੀ ਸੀ ਚੈਨਲ ਵਾਲੇ ਨੇ। ਸਭ ਤੋਂ ਪਹਿਲਾਂ ਮੈਂ ਆਹੀ ਗੱਲ ਕੀਤੀ ਸੀ, ਮੈਂ ਕਿਹਾ ਯਾਰ ਇਹ 4-4.5 ਸਾਲ ਪਹਿਲਾਂ ਕਿੱਥੇ ਸੀਗੇ ਸਿੱਧੂ ਸਾਹਿਬ, ਪਹਿਲਾਂ ਕਿਉਂ ਨਹੀਂ ਬੋਲੇ? ਹਾਂਜੀ, ਮੈਨੂੰ ਆਂਦੀ ਜੀ ਨਹੀਂ ਬੇਅਦਬੀ ਦਾ ਤਾਂ ਹੁਣ। ਮੈਂ ਕਿਹਾ ਉਦੋਂ ਵੀ ਤਾਂ ਟਾਈਮ ਲਾਈਨ ਫਿਕਸ ਕੀਤੀ ਜਾ ਸਕਦੀ ਸੀ। ਉਹ ਸੈੱਟ ਬਣੀ ਸੀ ਜਿਹੜੀ ਉਦੋਂ ਇਹ ਅਸੈਂਬਲੀ 'ਚ ਹੀ ਸੀ। ਉਦੋਂ ਬੜੇ ਲੋਕਾਂ ਨੇ ਕਿਹਾ ਵੀ ਸੀ ਇੱਕ ਟਾਈਮ ਲਾਈਨ ਫਿਕਸ ਕਰ ਦਿਓ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਨਾਅਰਿਆਂ ਤੇ ਨਹੀਂ ਜਾਣਾ। ਹੁਣ ਜਿਵੇਂ ਕਿਹਾ ਸੀ ਬਾਦਲ ਸਾਹਿਬ ਨੇ ਕਿ ਕੈਲੀਫੋਰਨੀਆ ਬਣਾਓ, ਅਸਲ 'ਚ ਸਿੱਧੂ ਸਾਹਿਬ ਇੱਕ ਗੱਲ ਸੁਣਿਓ ਜੀ, ਜਦੋਂ ਤੁਸੀਂ ਉਹਨਾਂ ਨੇ ਕਿਹਾ ਸੀ ਨਾ ਕੈਲੀਫੋਰਨੀਆ ਬਣਾਵਾਂਗੇ, ਉਦੋਂ ਇੱਕ ਗੱਲ ਪੁੱਛਣੀ ਚਾਹੀਦੀ ਸੀ ਕਿ ਕਿਵੇਂ ਬਣਾਓਗੇ, ਪ੍ਰੋਗਰਾਮ ਕੀ ਹੈ, ਤੁਸੀਂ ਐਗਰੀਕਲਚਰ ਗਰੋਥ ਕਿਵੇਂ ਕਰੋਗੇ। ਕੈਲੀਫੋਰਨੀਆ ਦੇ ਵਿੱਚ ਤਾਂ ਐਂ ਹੈ, ਉੱਥੇ ਰੇਟਸ ਆ ਨੇ,
ਤੁਸੀਂ ਦੱਸੋ ਜਿਹੜਾ ਡੈਫਿਸਿਟ ਆ ਆਪਣਾ, ਮਤਲਬ ਡੈਫਿਸਿਟ ਆਪਾਂ ਕਿਹਨੂੰ ਕਹਿੰਦੇ ਆ ਕਿ ਖਰਚਾ ਇੰਨਾ ਸਾਡਾ ਪੰਜਾਬ ਦਾ, ਕਮਾਈ ਇੰਨੀ ਹੈ। ਜਿਹੜੀ ਸਾਡਾ ਖਰਚਾ ਉਹ ਜ਼ਿਆਦਾ ਹੈ, ਕਮਾਈ ਸਾਡੀ ਕਿਤੇ ਘੱਟ ਹੈ, ਤਾਂ ਤੁਸੀਂ ਯਾਰ ਇਹ ਬਾਕੀ ਦਾ ਪੈਸਾ ਕਿਵੇਂ ਲਿਆਓਗੇ? ਤੁਹਾਡੀ ਪਾਲਿਸੀ ਕੀ ਹੈ ਦੱਸੋ? ਜੇ ਅਸੀਂ ਇਹ ਗੱਲਾਂ ਕੀਤੀਆਂ ਹੁੰਦੀਆਂ ਨਾ ਤਾਂ ਅਸੀਂ ਕੈਲੀਫੋਰਨੀਆ ਦੇ ਚੱਕਰ 'ਚ ਨਹੀਂ ਪੈਣਾ ਸੀਗਾ, ਅਸੀਂ ਉਦੋਂ ਇਹ ਗੱਲਾਂ ਪੁੱਛੀਆਂ ਨਹੀਂ। ਸੋ ਮੇਰੀ ਇੱਕ ਸਾਰੇ ਸੁਣਨ ਵਾਲਿਆਂ ਨੂੰ ਇਹ ਗੁਜ਼ਾਰਿਸ਼ ਹੈ ਜਿਹੜੀ ਸਿੱਧੂ ਸਾਹਿਬ ਦੇ ਰਾਹੀਂ ਗੱਲ 'ਚੋਂ ਨਿਕਲ ਕੇ ਆਈ ਹੈ ਕਿ ਨਾਅਰਿਆਂ ਦੇ ਪਿੱਛੇ ਨਹੀਂ ਜਾਣਾ, ਨਹੀਂ ਤਾਂ ਉਹੀ ਧੋਖਾ ਆਊਗਾ। ਮੈਂ ਤੁਹਾਨੂੰ ਇੱਕ ਫਿਰ ਕਹੂੰਗਾ, ਨਾਵਾਂ ਦੇ ਪਿੱਛੇ ਵੀ ਨਹੀਂ ਜਾਣਾ। ਪ੍ਰੋਗਰਾਮ ਮੈਂ ਨਾ ਹਰਜਿੰਦਰ ਜੀ ਕਹਿੰਦਾ ਹੁੰਦਾ ਕਿ ਜਿਸ ਦਿਨ ਅਸੀਂ ਹੀਰੋਆਂ ਦੇ ਨਾਂ ਤੇ ਫਿਲਮ ਵੇਖਣੋਂ ਹਟ ਗਏ ਤੇ ਸਰਨੇਮਾਂ ਦੇ ਨਾਂ ਤੇ ਵੋਟ ਪਾਉਣੋਂ ਜਾਂ ਨਾਅਰਿਆਂ ਦੇ ਨਾਂ ਤੇ ਵੋਟ ਪਾਉਣੋਂ ਹਟ ਗਏ, ਅਸੀਂ ਤਰੱਕੀ ਕਰ ਜਾਵਾਂਗੇ। ਸੋ ਇਹਨਾਂ ਗੱਲਾਂ ਨੂੰ ਮਿਨੀਮਾਈਜ਼ ਕਰਕੇ ਤੁਸੀਂ ਦੱਸੋ ਸਾਡਾ ਡੈਫਿਸਿਟ ਕਿਵੇਂ ਪੂਰਾ ਹੋਊਗਾ, ਐਗਰੀਕਲਚਰ ਜਾਂ ਇੰਡਸਟਰੀਅਲ ਗਰੋਥ ਕਿਵੇਂ ਲੈ ਕੇ ਆਉਂਗੇ, ਜਿਹੜਾ ਤੁਸੀਂ ਆਪਦਾ ਰੈਵਨਿਊ ਕਿਵੇਂ ਵਧਾਉਂਗੇ, ਔਰ ਫਿਰ ਅੱਗੇ ਤੁਹਾਡੀਆਂ ਜਿਹੜੀਆਂ ਕਰਪਸ਼ਨ ਛੱਡੋ, ਇਹ ਤਾਂ ਛੋਟੀਆਂ ਗੱਲਾਂ, ਇਹ ਤਾਂ ਹੋ ਹੀ ਸਕਦੀਆਂ ਨੇ, ਇਹ ਤਾਂ 2 ਮਿੰਟ ਦਾ ਕੰਮ ਹੈ, ਇਮਾਨਦਾਰ ਹੋਇਆ ਨਹੀਂ ਤੇ ਕੀਤਾ ਨਹੀਂ। ਤੁਸੀਂ ਦੱਸੋ ਕਿ ਇਹ ਇੰਨੇ ਬਿਊਰੋਕਰੈਟਸ ਨੇ, ਇੰਨੇ ਪੋਲੀਟੀਸ਼ੀਅਨ ਨੇ, ਇੰਨੀਆਂ ਵੱਡੀਆਂ ਕੋਠੀਆਂ ਬਣਾ ਲਈਆਂ, ਇਹਨਾਂ ਤੇ ਕੋਈ ਕਮਿਸ਼ਨ ਬਣੂਗਾ, ਇਨਕੁਆਇਰੀ ਲੱਗੂਗੀ ਕਿ ਇੰਨੀ ਜਾਇਦਾਦ ਕਿਵੇਂ ਅਰਜਿਤ ਹੋਈ ਹੈ? ਤੁਸੀਂ ਜਦੋਂ ਸਪੈਸੀਫਿਕਲੀ ਪੁੱਛੋਗੇ, ਪਿੰਡ 'ਚ ਪੁੱਛੂਗੇ, ਬੰਦਾ ਪੁੱਛੂਗਾ, ਤਾਂ ਇਹਨਾਂ ਨੂੰ ਇਹ ਗੱਲਾਂ ਕਰਨੀਆਂ ਪੈਣਗੀਆਂ। ਸੋ ਕਦੇ ਵੀ ਨਾਅਰਿਆਂ ਪਿੱਛੇ ਨਾ ਜਾ ਕੇ ਪ੍ਰੋਗਰਾਮ ਦੇ ਪਿੱਛੇ ਜਾਇਓ ਜੇ, ਵੇਖਿਓ ਜੇ ਕਿਵੇਂ ਦੇਸ਼ ਬਦਲਦਾ। ਪਰ ਉਹ 'ਚ ਮਜਬੂਰੀ ਹੈ ਨਾ ਜੀ ਸਾਡੀ ਜੀ ਸਵਾਲ ਕਰਨ ਵਾਲਾ। ਭੇਡਾਂ ਤੁਹਾਨੂੰ ਪਤਾ ਪੰਜਾਬ 'ਚ ਬਾੜੀਆਂ ਦੀ ਮਿਆਂ ਵਾਲਿਆਂ ਦੀ ਗਿਣਤੀ ਵਾਲੀ ਹੈ ਜੀ। ਸਵਾਲ ਬਾਈ ਜੀ ਭੇਡਾਂ ਨੂੰ ਤਾਂ ਬਦਲਣਾ ਪਊਗਾ ਨਾ, ਫਿਰ ਉਹ ਤਾਂ ਆਪਣੀ ਡਿਊਟੀ ਹੈ। ਡੈਮੋਕ੍ਰੈਟਿਕ ਸਿਸਟਮ ਤਾਂ ਆਹੀ ਹੈ, ਡੈਮੋਕ੍ਰੈਟਿਕ ਸਿਸਟਮ ਤਾਂ ਆਹੀ ਹੈ। ਪਹਿਲ ਤਾਂ ਕਰਨੀ ਪੈਣੀ ਨਾ ਜੀ। ਹਾਂਜੀ ਸਿੱਧੂ ਸਾਹਿਬ, ਮੈਂ ਮਿਹਰਬਾਨੀ, ਮੈਂ ਚਾਹੁੰਦਾ ਸੀ ਵੀ ਆਪਾਂ ਬਰੀਫ ਰੱਖੀਏ, ਮੇਰੇ ਨਾਲ ਬਾਕੀ ਲਾਈਨਸ ਸਾਰੀਆਂ ਬਿਜ਼ੀ ਹੈ। ਬਹੁਤ ਸ਼ੁਕਰੀਆ ਮੇਰਾ ਭਰਾ, ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ ਜੀ। ਦੋਸਤੋ ਬਰੀਫ ਰੱਖਿਓ, ਆਪਾਂ ਹੁਣ ਅਗਲੇ ਸਿਰਫ 9 ਮਿੰਟ ਨੇ, ਮੈਂ 4:30 ਵਜੇ ਤੱਕ ਆਪਾਂ ਸਮਾਪਤ ਕਰ ਦੇਣੀ ਗੱਲਬਾਤ। ਅੰਮ੍ਰਿਤ ਲਿਖਿਆ ਆ ਰਿਹਾ ਜੀ ਤੁਹਾਡਾ ਨਾਮ, ਅੰਮ੍ਰਿਤਪਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮਾਨ ਸਾਹਿਬ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਬਾਈ ਜੀ। ਵੈਸੇ ਤਾਂ ਮਾਨ ਸਾਹਿਬ ਨੇ ਸਾਰੇ ਪਿੱਛੇ ਗੱਲਾਂ ਬੜੀਆਂ ਡੂੰਘੀਆਂ ਤੇ ਸਮਝਣ ਵਾਲੀਆਂ, ਪਰ ਮੈਂ ਥੋੜਾ ਜਿਹਾ ਜਿਸ ਚੀਜ਼ ਦਾ ਜ਼ਿਆਦਾ ਇਹਨਾਂ ਦਾ ਐਕਸਪਰਟੀ ਆ, ਉਹ ਫੇਰ ਕੰਟਰੋਵਰਸੀ ਸ਼ੁਰੂ ਹੋ ਗਈ ਆ। ਗੱਲ ਥੋੜਾ ਵਿਸ਼ਾ ਮੈਨੂੰ ਨਹੀਂ ਪਤਾ ਸੀ ਉਹਨੇ ਇਹਨੂੰ ਦੂਰ ਕਹੂੰ ਜਾਂ ਕਿਵੇਂ ਆ। ਜਿਵੇਂ ਹੁਣ ਕਿਸਾਨ ਅੰਦੋਲਨ ਆਇਆ ਸੀ ਤੇ ਫਿਰ ਕਿਸਾਨ ਅੰਦੋਲਨ ਤੇ ਹੀ ਲੋਕਾਂ ਦੇ ਗਾਣੇ ਗਾਏ ਤੇ ਬੜੇ ਸੋਹਣੇ, ਬੜੇ ਹਿੱਟ ਤੇ ਬੜੀ ਵਧੀਆ ਸੇਧ ਸੀਗੀ। ਜਿੱਦਾਂ ਆਪਾਂ ਕਹਿੰਦੇ ਵੀ ਆਪਾਂ ਰੋਲ ਮਾਡਲ ਕਿਸੇ ਨੂੰ, ਉਹਦੇ ਵੱਲ ਤਾਂ ਦੂਰ ਦੀ ਗੱਲ ਹੈ। ਫਿਰ ਉਹ ਗੱਲ ਸ਼ੁਰੂ ਹੋ ਗਈ। ਅੱਗੇ ਗਾਣੇ ਸੁਣੀਦੀ ਸੀ ਵੀ ਜਾਂ ਤਾਂ ਹੁਸਨ, ਜੇ ਕਲਾਕਾਰ ਹੁਸਨ ਦੀ ਗੱਲ ਕਰੂਗਾ ਜਾਂ ਕੋਈ ਰਾਸ਼ਟਰ ਭਗਤੀ ਦੀ ਗੱਲ ਕਰੂਗਾ ਜਾਂ ਕੋਈ ਰੱਬ ਨੂੰ ਲੈ ਕੇ ਗੱਲ ਕਰੂਗਾ। ਹੁਣ ਤਾਂ ਸਿੱਧਾ ਹੀ ਉਹ ਆ ਜੀ, ਮੈਂ ਆਹ ਕਰਤਾ, ਮੈਂ ਉਹ ਕਰ ਦੂੰਗਾ, ਮੈਂ ਫਲਾਣੇ ਵਾਲਾ, ਫਲਾਣੇ ਪਿੰਡ ਵਾਲਾ। ਇਹਦੇ ਬਾਰੇ ਥੋੜਾ ਦੱਸੋ ਵੀ ਇਹ ਟ੍ਰੈਂਡ ਜਿਹਾ ਕਿੱਧਰ ਨੂੰ ਜਾ ਰਿਹਾ ਜੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ। ਬਹੁਤ ਬਾਈ ਜੀ ਅੰਮ੍ਰਿਤ ਜੀ, ਤੁਸੀਂ ਬਿਲੀਵ ਕਰਿਓ ਜੇ ਮੈਂ ਖੁਦ ਇਹਨਾਂ ਗੱਲਾਂ ਦਾ ਬਹੁਤ ਵਿਰੋਧੀ, ਪਰ ਮੈਂ ਇਹਨਾਂ ਬਾਰੇ ਜ਼ਿਆਦਾ ਬੋਲੂੰਗਾ ਨਾ ਤਾਂ ਲੋਕਾਂ ਨੇ ਕਹਿਣਾ ਯਾਰ ਇਹ ਪਤਾ ਨਹੀਂ ਕਿਉਂ ਬੋਲਦਾ ਹੈ। ਮੈਂ ਹਮੇਸ਼ਾ ਆਉਣਾ ਹੁੰਦਾ ਕਿ ਇੱਕ ਤਾਂ ਆਪਦਾ ਕੰਮ ਵਧੀਆ ਕਰੋ। ਤੁਸੀਂ ਕਦੇ ਵੀ ਵੇਖਿਓ ਜੀ, ਮੈਂ ਜੋ ਵੀ ਫਿਲਮਾਂ ਬਣਾਈਆਂ ਜਾਂ ਮੈਂ ਗਾਣੇ ਵੀ ਲਏ ਨੇ, ਕਦੇ ਵੀ ਉਹਨਾਂ 'ਚ ਜੇ ਕੋਈ ਤੁਸੀਂ ਮਾੜਾ ਜਿਹਾ ਵੀ ਦੋਸ਼ ਕੱਢ ਸਕੋ, ਹਾਂ ਤੁਹਾਨੂੰ ਪਸੰਦ ਹੋ ਸਕਦੇ, ਨਾ ਪਸੰਦ ਹੋ ਸਕਦੇ, ਉਹ ਇੱਕ ਵੱਖਰੀ ਗੱਲ ਹੈ। ਬਟ ਇਹੋ ਜਿਹੀ ਕੋਈ ਚੀਜ਼ ਨਹੀਂ ਹੋਊਗੀ। ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ, ਇਹਨਾਂ ਤੋਂ ਸਾਨੂੰ ਬਚਣਾ ਪਊਗਾ। ਉਹਦੇ 'ਚ ਇੱਕੋ ਹੀ ਤਰੀਕਾ, ਪਹਿਲਾਂ ਆਪਣਾ ਆਪ ਸ਼ੁਰੂ ਕਰੋ ਕਿ ਮੈਂ ਨਹੀਂ ਸੁਣਨਾ। ਆਪਾਂ ਪਤਾ ਕੀ ਕਰਦੇ ਹਾਂ, ਕਈ ਵਾਰੀ ਆਲੋਚਨਾ ਕਰਨ ਲਈ ਵੀ ਸੁਣ ਲੈਂਦੇ ਹਾਂ, ਇਹ ਕੰਮ ਨਹੀਂ ਕਰਨਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, ਕਿਉਂਕਿ ਤੁਸੀਂ ਇੱਕ ਮੁੱਦਾ ਬਹੁਤ ਵਧੀਆ ਛੋਇਆ ਹੈ ਜਿਹਦੀ ਗੱਲ ਵੀ ਪਹਿਲਾਂ ਕਰ ਚੁੱਕੇ ਹਾਂ ਆਪਾਂ। ਮੈਨੂੰ ਨਾ ਇੱਕ ਹਰਜਿੰਦਰ ਜੀ, ਮੇਰਾ ਇੱਕ ਦੋਸਤ ਸੀਗਾ ਉੱਥੇ ਬੰਬੇ, ਮੈਨੂੰ ਮਿਲਿਆ, ਮੈਨੂੰ ਆਂਦਾ ਕੀ ਨਾਂ ਸੀ ਉਹਦਾ, ਮੈਂ ਭੁੱਲ ਗਿਆ, ਉੱਥੇ ਹਿੰਦੂ ਜੈਂਟਲਮੈਨ ਸੀ। ਮੈਨੂੰ ਆਂਦਾ ਸਰ ਇਹ ਕੈਸੀ ਫਿਲਮੇं ਬਣਾ ਰਹੇ हैं आप? मैं कहा यार कौन सी फिल्म? उदो एक दबंग फिल्म आई सीगी सलमान खान दी। मैंने कहा यार मैंने तो नहीं, आपकी इंडस्ट्री कैसी फिल्म बना रही है, कितनी खराब फिल्म थी। मैंने सुना और मैंने जाके देखी तो बड़ी खराब फिल्म। मैं क्या तेनू पता सीगा? आंदा मैनू पता सी खराब। मैं तू फिर भी वेख ली? आंदा मैं फिर भी वेख ली। मैं क्या अच्छी फिल्म है तेरे बिन लादेन, देखी तू? आंदा मैंने सुना है पर मैंने देखी नहीं। मैं क्या दिस इज दी प्रॉब्लम। एक फिल्म तेनू पता है खराब है, तू फिर भी वेखी क्योंकि ओदा हीरो सलमान खान है। एक फिल्म तेनू पता है अच्छी, तू फिर भी नहीं वेखी। ਇਹ ਹੈ ਸਾਡੀ ਪ੍ਰੋਬਲਮ। ਅਸੀਂ ਇਹੋ ਜਿਹੇ ਲੋਕਾਂ ਨੂੰ ਇਗਨੋਰ ਕਰੀਏ ਜਿਹੜੇ ਇਹੋ ਜਿਹੀ ਸ਼ਾਇਰੀ ਨਹੀਂ ਕਹਿਣਾ ਚਾਹੀਦਾ, ਜੋ ਤੁਕਬੰਦੀ ਕਰਦੇ ਨੇ, ਇਹੋ ਜਿਹੀ ਬੇਸੁਰਾ ਗਾਉਂਦੇ ਨੇ, ਗੰਦੀਆਂ ਫਿਲਮਾਂ ਬਣਾਉਂਦੇ ਨੇ ਜਾਂ ਖਰਾਬ ਫਿਲਮਾਂ ਬਣਾਉਂਦੇ ਨੇ। ਬਾਈ ਜੀ ਜਦੋਂ ਅਸੀਂ ਚੰਗਾ ਸੁਣਾਂਗੇ, ਚੰਗੀ ਫਿਲਮ ਵੇਖਾਂਗੇ
ਤੁਹਾਡੇ ਨਾਲ ਹੀ ਸਾਨੂੰ ਉਤਸ਼ਾਹ ਮਿਲਣਾ। ਜਦੋਂ ਮੈਂ ਹਵਾएं ਬਣਾ ਕੇ ਆਇਆ ਸੀ ਨਾ, ਮੈਨੂੰ ਇੱਥੇ ਉਹ ਇੱਕ ਤੁਹਾਡੇ ਬੜਾ ਵਧੀਆ ਕੀ ਕਹਿੰਦਾ ਉਹ ਲਿਫਾਫਾ ਕਲਚਰ ਹੈ ਕਿ ਤੁਸੀਂ ਮਦਦ ਕਰਦੇ ਹੋ। ਮੈਂ ਉਹਨੂੰ ਕਿਹਾ ਯਾਰ ਕਿਉਂ ਲਿਫਾਫੇ ਦੇਈ ਜਾਂਦੇ, ਮੈਂ ਨਹੀਂ ਲੈਣੇ ਇਹ। ਮੈਨੂੰ ਉਹਦੇ ਕਿਉਂ, ਮੈਂ ਕਿਹਾ ਬਸ ਤੁਸੀਂ ਮੇਰੀ ਫਿਲਮ ਵੇਖ ਲਈ ਸਿਨੇਮਿਆਂ 'ਚ ਜਾ ਕੇ ਲਾਈਨਾਂ ਲਾ ਕੇ, ਮੇਰੇ ਲਈ ਬਹੁਤ ਵੱਡਾ ਇਹ, ਬਸ ਤੁਸੀਂ ਉਹ ਕਰਤਾ, ਮੈਂ ਅੱਗੇ ਵੀ ਬਣਾਈ ਜਾਂਦਾ। ਸੋ ਭਾਈ ਜੀ ਤੁਸੀਂ ਵੇਖਦੇ ਹੋ ਜਦੋਂ ਚੰਗੀ ਚੀਜ਼ ਸੁਣਦੇ ਹੋ ਔਰ ਓਰੀਜਨਲ ਚੀਜ਼ ਬਾਏ ਕਰਦੇ ਹੋ ਤਾਂ ਸਮਝੋ ਇਹਦੇ ਨਾਲ ਚੰਗਾ ਕਰਨ ਵਾਲੇ ਨੂੰ ਬਹੁਤ ਹੌਸਲਾ ਮਿਲਦਾ ਹੈ, ਤੇ ਖਰਾਬ ਵਾਲੇ ਤੋਂ ਐਂ ਦੂਰੀ ਰੱਖੋਗੇ ਆਪਣੇ ਆਪ ਬੰਦ ਹੋਊਗਾ, ਵਰਨਾ ਮੇਰੇ ਤੁਹਾਡੇ ਜਾਂ ਬੈਨ ਲਾਉਣ ਨਾਲੋਂ ਹਟਣੇ ਨਹੀਂ, ਹੋਰ ਜ਼ਿਆਦਾ ਕਰਨਗੇ ਉਹ ਇਹੋ ਜਿਹਾ ਕੰਮ। ਸੋ ਇਸ ਤੋਂ ਬਚਿਓ ਜੀ। ਸੋ ਲਾਸਟ ਕਾਲ ਲਵਾਂਗੇ ਦੋਸਤੋ, ਫਿਰ ਸਮਾਪਤ ਕਰਦੇ ਹਾਂ। ਹਾਂਜੀ ਫਾਰੂਕ ਜੀ, ਤੁਸੀਂ ਆਉਂਦੀ ਰਹੋ ਜੀ। ਜੀ ਸਤਿ ਸ਼੍ਰੀ ਅਕਾਲ ਭਾਈ ਜਾਨ। ਸਤਿ ਸ਼੍ਰੀ ਅਕਾਲ ਸਰ, ਵੈਲਕਮ ਜੀ। ਮੈਂ ਤੁਹਾਡਾ ਪ੍ਰੋਗਰਾਮ ਕਦੀ ਸੁਣੀਦਾ ਵਾ ਜੀ, ਤੇ ਇਹ ਜਿਹੜੇ ਸਾਹਿਬ ਬੋਲ ਰਹੇ ਨੇ ਇਹਨਾਂ ਨੂੰ ਅੱਗੇ ਮਹਿਮਾਨ ਨੇ ਜੀ। ਹਾਂਜੀ ਅਮਿਤੋਜ ਮਾਨ ਸਾਹਿਬ ਨੇ ਜੀ, ਸਾਡੇ ਬਹੁਤ ਵੱਡੇ ਫਿਲਮ ਇੰਡਸਟਰੀ ਨਾਲ ਜੁੜੇ ਹੋਏ। ਜੇ ਤੁਸੀਂ ਮੈਨੂੰ ਲੱਗਦਾ ਫਿਰ ਪਹਿਲਾਂ ਜ਼ਿਆਦਾ ਜ਼ਿਕਰ ਨਹੀਂ ਸੁਣਿਆ ਹੋਣਾ। ਨਹੀਂ ਮੈਂ ਆਮ ਨਾਟ ਮੂਵੀ ਗਾਇ, ਮੈਂ ਇਵਨ ਟੀਵੀ ਵੀ ਨਹੀਂ ਜੀ, ਮੈਂ ਸਿਰਫ ਰੇਡੀਓ ਦੇ ਸ਼ੌਕੀਨ ਹਾਂ ਜੀ। ਤੁਸੀਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਜੀ? ਮੈਂ ਜੀ ਲਹਿੰਦੇ ਪੰਜਾਬ ਤੋਂ ਜੀ ਅਸੀਂ। ਅੱਛਾ ਠੀਕ ਹੈ ਜੀ। ਤੇ ਬਸ ਇੱਕੋ ਹੀ ਦੁਆ ਜੀ ਰੱਬ ਕੋਲੋਂ, ਤੇ ਕਰੂੰਗਾ ਵੀ ਅੱਜ ਜ਼ਰੂਰ ਇਹੋ ਜਿਹੇ ਬੰਦੇ ਜਿਹੜੇ ਹਨ ਜੀ। ਮੈਂ ਇਹਨਾਂ ਨੂੰ ਸੁਣਦਾ ਆਇਆ, ਮੈਂ ਔਕਵਿਲ ਆਇਆ ਮੰਮੀ ਕੋਲ, ਅਜੇ ਡਰਾਈਵੇ ਤੇ ਬਹਿ ਕੇ 10 ਮਿੰਟ ਹੋ ਗਏ ਹਾਂਜੀ ਸੁਣੀ ਜਾਂਦਾ ਜੀ, ਅੰਦਰ ਨਹੀਂ ਗਿਆ ਮਾਂ ਕੋਲ। ਤੇ ਆਈ ਮੀਨ ਰੱਬ ਸਾਡੇ ਲਹਿੰਦੇ ਚੜ੍ਹਦੇ ਪੂਰੀ ਦੁਨੀਆ 'ਚ ਏਦਾਂ ਦੇ ਬੰਦੇ ਪੈਦਾ ਕਰਦੇ ਹੋਏ ਨਾ ਜੀ, 10% ਨਾਟ ਮੋਰ ਦੈਨ ਦੈਟ, 10% ਈਵਨ, ਤੇ ਦੁਨੀਆ ਦਾ ਸਾਰਾ ਸਿਸਟਮ ਹੀ ਬਦਲ ਜਾਵੇ ਜੀ। ਬਸ ਇਹੀ ਦੁਆ ਕਰੂੰਗਾ ਔਰ ਇਹਨਾਂ ਨੂੰ ਮੇਰੀ ਤਰਫੋਂ ਬਹੁਤ ਬਹੁਤ ਸਲਾਮ ਜੀ। ਥੈਂਕ ਯੂ ਵੈਰੀ ਮਚ ਫਾਰੂਕ ਮਲਿਕ ਜੀ। ਨਹੀਂ, ਮੈਂ ਫਾਰੂਕ ਸਾਹਿਬ ਨੂੰ ਇੱਕ ਕਹਿਣਾ ਕਿ ਲਹਿੰਦੇ ਨਾਲ ਅਸੀਂ ਬਹੁਤ ਜੁੜੇ ਹੋਏ ਹਾਂ, ਬਲਕਿ ਮੇਰੀਆਂ 2 ਫਿਲਮਾਂ ਦੇ ਵਿੱਚ ਪਾਕਿਸਤਾਨ ਦੇ ਮੈਂ ਫਨਕਾਰ ਵੀ ਲਏ, ਇੱਕ 'ਚ ਤਾਂ ਮੈਂ ਰਾਈਟਰ ਵੀ ਲਿਆ, ਔਰ ਮੈਂ ਬੜਾ ਜੁੜਿਆ ਹੋਇਆ ਜੀ ਉਧਰ ਨਾਲ, ਬਲਕਿ ਇੱਕ ਤੁਸੀਂ ਕਹਿ ਲਓ ਖਿੱਚ ਬੜੀ ਆ ਉਧਰ ਨਾਲ। ਤਾਂ ਰੱਬ ਕਰੇ ਜਿਵੇਂ ਇੱਥੇ ਜੁੜੇ ਹੋ ਇੱਥੇ ਵੀ ਉਵੇਂ ਹੀ ਜੁੜੀਏ ਜੀ। ਆਮੀਨ ਆਮੀਨ ਜੀ। ਬਹੁਤ ਸਤਿ ਸ੍ਰੀ ਅਕਾਲ। ਮਾਨ ਜੀ ਤੁਹਾਡਾ ਨਾਮ ਹੈ? ਮਾਨ, ਅਮਿਤੋਜ ਮਾਨ। ਹਾਂਜੀ ਥੈਂਕ ਯੂ ਜੀ, ਥੈਂਕ ਯੂ ਫਾਰੂਕ ਸਾਹਿਬ, ਬਹੁਤ ਸ਼ੁਕਰੀਆ। ਸੋ ਦੋਸਤੋ ਅਸੀਂ ਹੁਣ ਹੋਰ ਕਾਲਸ ਨਹੀਂ ਲਵਾਂਗੇ ਤੇ ਬਸ ਵਾਈਂਡ ਅਪ ਕਰਦੇ ਹਾਂ ਆਖਰੀ 2-2.5 ਮਿੰਟ ਦੇ ਵਿੱਚ। ਅਮਿਤੋਜ ਮਾਨ ਸਾਹਿਬ ਦੇ ਨਾਲ ਮੈਨੂੰ ਪਤਾ ਕਿ ਭਾਜੀ ਮੈਂ ਉਹੀ ਗੱਲ ਜਿੱਥੋਂ ਫਿਰ ਸ਼ੁਰੂ ਕਰਾਂਗਾ ਕਿ ਕਈ ਵਾਰੀ ਗੱਲਾਂ ਤਾਂ ਅਸੀਂ ਜਿੰਨੀਆਂ ਮਰਜ਼ੀ ਕਰੀ ਜਾਈਏ, ਅਸਰ ਜਿਹੜਾ ਉਹਦਾ ਉਹ ਕਦੋਂ ਹੋਣਾ, ਕਿੱਥੇ ਹੋਣਾ, ਕਿਹੜੇ ਤਰੀਕੇ ਨਾਲ ਹੋਣਾ, ਇਹਦੇ ਲਈ ਉਹ ਜਿਹੜਾ ਦਸਤੂਰ ਆ ਉਹ ਤੁਰਦਾ ਰਹਿਣਾ ਚਾਹੀਦਾ। ਮੇਰਾ ਖਿਆਲ ਆਪਾਂ ਪਿਛਲੇ ਦਿਨ ਵੀ ਗੱਲ ਕਰਦੇ ਸੀ ਵੀ ਜੇ ਅਸੀਂ ਹੁਣ ਅੱਜ ਆਪਣਾ ਪ੍ਰੋਗਰਾਮ ਅਸੀਂ ਚਾਹੇ ਗੀਤ ਲਾ ਕੇ ਵੀ ਤੁਰਦੇ ਬਣੀਏ, ਕਿਸੇ ਹੋਰ ਦੇ ਬਾਰੇ 'ਚ ਕੋਈ ਟਾਕ ਸ਼ੋਅ ਕਰਕੇ, ਕਿਸੇ ਦੀ ਭੰਡੀ ਕਰਕੇ ਵੀ ਅਸੀਂ ਆਪਣਾ ਇਹ ਸਾਰਾ ਟਾਈਮ ਲਗਾ ਸਕਦੇ ਹਾਂ। ਬਹੁਤ ਤਰੀਕੇ ਹੋਰ ਨੇ, ਖਬਰਾਂ ਵੀ ਅਸੀਂ ਜਿੰਨੀਆਂ ਮਰਜ਼ੀ ਸਾਂਝੀਆਂ ਕਰੀ ਜਾਈਏ, ਪਰ ਉਹ ਜਿਹੜੀਆਂ ਡਾਇਮੈਂਸ਼ਨਸ ਨੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਮਲਟੀ ਡਾਇਮੈਂਸ਼ਨਲ ਅਪਰੋਚ ਜਿਹੜੀ ਸਾਡੀ ਡਿਵੈਲਪ ਹੋਣੀ ਚਾਹੀਦੀ ਹੈ, ਸਾਨੂੰ ਉਹਦੇ 'ਤੇ ਕੰਮ ਕਰਨਾ ਚਾਹੀਦਾ। ਇਸੇ ਨੋਟ 'ਤੇ ਸਰ ਤੁਹਾਡੇ ਕਲੋਜ਼ਿੰਗ ਰਿਮਾਰਕਸ ਲਈਏ। ਅਸਲ 'ਚ ਕੀ ਹੈ ਨਾ ਰਾਜਿੰਦਰ ਜੀ, ਸਾਨੂੰ ਕੁਛ ਵੀ ਰਿਐਕਟ ਕਰਨ ਤੋਂ ਪਹਿਲਾਂ ਵੀ ਟੇਕ ਟਾਈਮ, ਚੰਗੇ ਨੂੰ ਚੰਗਾ ਕਹਿਣ ਤੋਂ ਪਹਿਲਾਂ ਸੋਚ ਲਈਏ ਕਿ ਫਿਰ ਇਹਨੂੰ ਜਲਦੀ ਕਿਤੇ ਮਾੜਾ ਨਾ ਕਹਿਣਾ ਪਏ ਜੀ। ਸੋ ਮਾੜਾ ਜਿਹਾ ਅਸੀਂ ਟਾਈਮ ਲਿਆ ਕਰੀਏ। ਬਹੁਤ ਕਾਹਲੀ ਕਰ ਜਾਂਦੇ ਹਾਂ ਅਸੀਂ ਕਈ ਵਾਰੀ, ਚੰਗਾ ਕਹਿਣ 'ਚ ਵੀ ਤੇ ਮਾੜਾ ਕਹਿਣ 'ਚ ਵੀ। ਆਹ ਕਿਸਾਨ ਅੰਦੋਲਨ ਨੂੰ ਲੈ ਲਓ, ਇੱਥੇ ਬੜੇ ਬੰਦਿਆਂ ਨੇ ਬੜੀਆਂ ਲਾਈਨਾਂ ਬਦਲੀਆਂ। ਮੈਂ ਇੱਕੋ ਗੱਲ ਪਹਿਲੇ ਦਿਨ ਤੋਂ ਕਹਿ ਰਿਹਾ ਸੀ, ਮੈਂ ਕਿਹਾ ਯਾਰ ਤੁਸੀਂ ਚਰਚਾ ਸ਼ੁਰੂ ਕਰੋ, ਤੁਸੀਂ ਲੋਕਾਂ ਨਾਲ ਬੈਠਣਾ ਸ਼ੁਰੂ ਕਰੋ, ਕਿਉਂਕਿ ਇਹ ਅੰਦੋਲਨ 32 ਜਾਂ ਸੰਯੁਕਤ ਮੋਰਚੇ ਦਾ ਨਹੀਂ, ਲੋਕਾਂ ਦਾ ਹੈ। ਸੋ ਲੋਕਾਂ ਦੀ ਭਾਵਨਾ ਨੂੰ ਸੁਣੋ, ਚਾਹੇ ਕੋਈ ਵੀ ਹੋਵੇ। ਮੈਂ ਉੱਥੇ ਖੜ ਕੇ ਕਿਹਾ, ਸਟੇਜ ਤੇ ਖੜ ਕੇ ਕਿਹਾ, ਮਿਸਟਰ ਰਾਜੇਵਾਲ ਵੀ ਸਾਹਮਣੇ ਸੀ, ਬਾਕੀ ਸਭ ਵੀ ਸਾਹਮਣੇ। ਜਦੋਂ ਮੈਂ ਕਿਹਾ ਨਿਸ਼ਾਨ ਸਾਹਿਬ ਸਾਡੀ ਰਹਿਨੁਮਾਈ ਕਰਦਾ ਰਿਹਾ, ਕਰਦਾ ਰਹੂਗਾ, ਇਹ ਸੱਚ ਹੈ। ਔਰ ਕੋਈ ਵੀ ਲਾਲ ਕਿਲ੍ਹਾ ਹੋਵੇ ਜਾਂ ਕਿਸੇ ਵੀ ਜਗ੍ਹਾ ਤੇ ਜਾਣ ਵਾਲਾ, ਸਰਦਾਰ ਨਾ ਗਦਾਰ ਸੀ, ਨਾ ਹੈ, ਨਾ ਹੋਊਗਾ, ਔਰ ਸਰਦਾਰ ਸੀ, ਹੈ ਔਰ ਰਹੂਗਾ। ਬਟ ਸਾਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਕਈ ਵਾਰੀ ਤੁਹਾਨੂੰ ਉਲਝਾਇਆ ਜਾਂਦਾ ਹੈ, ਫਸਾਇਆ ਜਾਂਦਾ ਹੈ, ਕਿਸੇ ਇਹੋ ਜਿਹੇ ਸਿੰਬਲ ਨੂੰ ਸਾਹਮਣੇ ਖੜ ਕੇ, ਪਿੱਛੇ ਖੜ ਕੇ ਲੋਕ ਲੜਦੇ ਨੇ ਜੋ ਅਸਲ 'ਚ ਉਹਨੂੰ ਡਿਸਟਰੋਏ ਕਰਨਾ ਚਾਹੁੰਦੇ ਹੁੰਦੇ ਨੇ। ਸੋ ਉਸ ਤੋਂ ਬਚ ਕੇ ਅਸੀਂ ਟਰਨ ਬਾਈ ਟਰਨ, ਅਸੀਂ ਜੇ ਆਪਦੇ ਸੂਬੇ ਨੂੰ, ਆਪਦੀ ਮਿੱਟੀ ਨੂੰ, ਆਪਦੀ ਕੌਮ ਨੂੰ ਬੈਟਰ ਪਾਸੇ ਲਿਜਾਣਾ ਹੈ, ਚੜ੍ਹਦੀ ਕਲਾ ਵਾਲੇ ਪਾਸੇ ਲਿਜਾਣਾ ਹੈ, ਤਾਂ ਸਾਨੂੰ ਨਤੀਜੇ ਕੱਢਣੇ ਪੈਣਗੇ। ਜਿਹੜੀ ਗੱਲ ਤੁਸੀਂ ਵੀ ਪਹਿਲਾਂ ਕਹੀ, ਅਸੀਂ ਬੜੇ ਅੰਦੋਲਨ ਲੜੇ ਹੈ, ਵਿੱਚ ਹੀ ਰਹਿ ਜਾਂਦੇ ਹੈ, ਸ਼ਹੀਦੀਆਂ ਵੀ ਹੋ ਜਾਂਦੀਆਂ, ਕੁਰਬਾਨੀਆਂ ਵੀ ਹੋ ਜਾਂਦੀਆਂ, ਬਟ ਜਿੱਤ ਨਹੀਂ ਪਾਉਂਦੇ ਜਾਂ ਨਤੀਜਾ ਨਹੀਂ ਵਧੀਆ ਕੱਢ ਪਾਉਂਦੇ। ਇਹਦਾ ਨਤੀਜਾ ਚੰਗਾ ਨਿਕਲਿਆ, ਅਗਲੇ ਬੜੇ ਰਾਹ ਪੱਧਰੇ ਹੋਣਗੇ, ਬੜੀਆਂ ਚੀਜ਼ਾਂ ਸਹੀ ਕਰਨ ਵਾਲੀਆਂ ਨੇ। ਸੋ ਮੇਰੇ ਇੱਕੋ ਹੱਥ ਜੋੜ ਕੇ ਬੇਨਤੀ ਹੈ ਕਿ ਟਾਈਮ ਲਵੋ, ਸੋਚੋ, ਸਮਝੋ, ਫਿਰ ਰਿਐਕਟ ਕਰੋ, ਔਰ ਫਿਰ ਉਹਦੇ ਤੇ ਦ੍ਰਿੜ ਰਹੋ, ਔਰ ਥੋੜਾ ਜਿਹਾ ਚਿੰਤਾ ਹਟਾ ਦਿਓ।
ਹੋਣਾ ਉਹੀ ਹੈ। ਸਾਡੇ 'ਚ ਇੱਕ ਸਭ ਤੋਂ, ਇਹ ਕੁਰਾਨ 'ਚ ਵੀ ਹੈ, ਗ੍ਰੰਥ ਸਾਹਿਬ 'ਚ ਵੀ ਹੈ, ਗੀਤਾ 'ਚ ਵੀ ਹੈ, ਜੋ ਹੋਣਾ ਹੋ ਕੇ ਰਹਿਣਾ ਹੈ। ਤਾਂ ਤੁਸੀਂ ਯਾਰ ਡਰੀ ਕਿਉਂ ਜਾਂਦੇ ਹੋ? ਰਿਐਕਟ ਕਰੋ, ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹੋ। ਸੋ ਦੈਟਸ ਦੀ ਥਿੰਗ ਜੀ। ਬਹੁਤ ਮਿਹਰਬਾਨੀ ਅਮਿਤੋਜ ਸਾਹਿਬ, ਤੁਹਾਡਾ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ 'ਚ ਇਸ ਵੇਲੇ ਲੇਟ ਨਾਈਟ ਸਮਾਂ ਦਿੱਤਾ ਸਾਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਇੰਸ਼ਾਅੱਲਾ ਦੁਬਾਰਾ ਫਿਰ ਛੇਤੀ ਗੱਲਬਾਤ ਕਰੀਏ, ਮਿਲੀਏ ਤੁਹਾਨੂੰ, ਅਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨੂੰ ਅੱਗੇ ਹੋਰ ਤੋਰੀਏ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ, ਸ਼ੁਕਰੀਆ। ਸੋ ਦੋਸਤੋ, ਇਹ ਸਨ ਅਮਿਤੋਜ ਮਾਨ ਸਾਹਿਬ, ਉਹਨਾਂ ਦੇ ਨਾਲ ਇਹ ਛੋਟੀ ਜਿਹੀ ਗੱਲਬਾਤ। ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਣੀ ਹੈ। ਫੀਡਬੈਕ ਜ਼ਰੂਰ ਦਿਓ ਸਾਨੂੰ 905 601 1350 'ਤੇ, ਜਾਂ ਫਿਰ ਪ੍ਰੋਗਰਾਮ ਤੋਂ ਬਾਅਦ 647400 6862 647 400 6862 ਦੇ ਉੱਤੇ ਕੰਟੈਕਟ ਕੀਤਾ ਜਾ ਸਕਦਾ ਹੈ।